ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ ਕਥਾ ਕਰ ਰਹੇ ਹਾਂ। 12ਵੀਂ ਅਸ਼ਟਪਦੀ ਕਥਾ ਚੱਲ ਰਹੀ ਹੈ। ਕੱਲ੍ਹ ਪਹਿਲੇ ਬੰਦ ਦੀ ਕਥਾ ਹੋ ਗਈ ਸੀ, ਹੁਣ ਦੂਸਰਾ ਪਦ ਜਿਹੜਾ ਹੈ ਉਹਦੀ ਕਥਾ ਹੋਣੀ ਹੈ। ਉਸ ਦੀ ਪਹਿਲੀ ਪੰਕਤੀ ਹੈ, ਧਨਵੰਤਾ ਹੋਏ ਕਰ ਗਰਭਾਵੈ। ਧਨਵੰਤਾ ਹੋਏ ਕਰ ਗਰਭਾਵੈ, ਤ੍ਰਿਣ ਸਮਾਨ ਕਛੁ ਸੰਗ ਨਾ ਜਾਵੈ। ਧਨਵੰਤਾ ਹੁੰਦਾ, ਵੰਤ ਹੁੰਦਾ ਮਾਲਕ, ਜਿਹੜਾ ਧਨ ਦਾ ਮਾਲਕ ਹੋਵੇ, ਭਾਵ ਅਮੀਰ। ਗਰਭ ਹੁੰਦਾ ਹੰਕਾਰ ਕਰਨਾ, ਜਿਹੜਾ ਅਮੀਰ ਹੋ ਕੇ ਹੰਕਾਰ ਕਰਦਾ ਧਨ ਦਾ। ਕਿਉਂਕਿ ਸਿੱਖ ਧਰਮ ਇਹ ਮਨੁੱਖ ਨੂੰ ਵਾਰੀ ਵਾਰੀ ਕਹਿੰਦਾ ਹੈ ਕਿ ਹੇ ਇਨਸਾਨ, ਜੋ ਕੁਝ ਵੀ ਤੇਰੇ ਕੋਲੇ ਹੈ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਹੁਣ ਮੰਨ ਲਓ ਕਿਸੇ ਨੇ ਮੈਨੂੰ ਚੀਜ਼ ਦਿੱਤੀ ਹੈ ਵਰਤਣ ਲਈ, ਮੈਂ ਉਸ 'ਤੇ ਕੀ ਮਾਣ ਕਰ ਸਕਦਾ? ਉਹ ਤਾਂ ਕਿਸੇ ਦੀ ਹੈ, ਉਹ ਤਾਂ ਕਿਸੇ ਦੀ ਹੈ। ਆਪਣੀ ਕੋਈ ਚੀਜ਼ ਹੋਵੇ ਤਾਂ ਬੰਦਾ ਮਾਣ ਕਰ ਸਕਦਾ, ਪਰ ਮਨੁੱਖ ਨੂੰ ਭੁਲੇਖਾ ਹੈ ਕਿ ਜੇ ਮੈਂ ਅਮੀਰ ਹੋ ਗਿਆ, ਮੈਂ ਵਪਾਰ ਕੀਤਾ, ਜਾਂ ਮੈਂ ਕੋਈ ਵੱਡੀ ਨੌਕਰੀ ਕੀਤੀ, ਜਾਂ ਮੈਂ ਅਜਿਹਾ ਕੋਈ ਕੰਮ ਕੀਤਾ ਜਿਸ ਨਾਲ ਮੈਂ ਧਨ ਕਮਾਇਆ, ਦੇਖਣ ਨੂੰ ਐਂ ਲੱਗਦਾ, ਦੇਖਣ ਨੂੰ ਤਾਂ ਐਂ ਲੱਗਦਾ ਵੀ ਬਹੁਤ ਕੁਛ ਕੀਤਾ ਅਤੇ ਬੰਦਾ ਅਮੀਰ ਹੋ ਗਿਆ ਹੈ। ਪਰਮਾਤਮਾ ਕਹਿੰਦਾ, ਜੇ ਮੈਂ ਤੇਰੇ 'ਚ ਯੋਗਤਾ ਹੀ ਨਾ ਪੈਦਾ ਕਰਦਾ ਫਿਰ ਤੂੰ ਕਿੱਥੇ ਅਮੀਰ ਹੋ ਜਾਂਦਾ? ਤੈਨੂੰ ਮੈਂ ਨਸ਼ਈ ਬਣਾ ਦਿੰਦਾ, ਤੈਨੂੰ ਮੈਂ ਜੁਆਰੀਆ ਬਣਾ ਦਿੰਦਾ, ਤੂੰ ਜਿੰਨਾ ਕਮਾਉਣਾ ਸੀ ਨਸ਼ਿਆਂ 'ਚ ਸਾਰਾ ਉਜਾੜ ਦੇਣਾ ਸੀ। ਜੇ ਤੂੰ ਅਮੀਰ ਹੈ ਤਾਂ ਪਰਮਾਤਮਾ ਕਹਿੰਦਾ ਤੇ ਮੈਂ ਤੈਨੂੰ ਬਣਾਇਆ ਹੈ, ਪਰ ਤੂੰ ਸਮਝਦਾ ਮੈਂ ਅਮੀਰ ਹਾਂ। ਧਰਮ ਕਹਿੰਦਾ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈ ਪਰਮਾਤਮਾ ਦੀ ਪ੍ਰਾਪਤੀ 'ਚ, ਉਹ ਹੈ ਹੀ ਹਉਮੈ। ਕਿਉਂਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੇ ਦੇਖੋ ਪੁਲਿੰਗ ਨੇ। ਕਾਮ ਵੀ ਪੁਲਿੰਗ ਹੈ, ਕ੍ਰੋਧ ਵੀ ਪੁਲਿੰਗ ਹੈ, ਮੋਹ ਵੀ ਪੁਲਿੰਗ ਹੈ, ਲੋਭ ਵੀ ਪੁਲਿੰਗ ਹੈ, ਹੰਕਾਰ ਵੀ ਪੁਲਿੰਗ ਹੈ। ਇਹਨਾਂ ਪੰਜਾਂ ਦੀ ਮਾਂ ਹੈਗੀ ਹਉਮੈ, ਉਹ ਇਸਤਰੀਲਿੰਗ। ਜਦੋਂ ਹਉਮੈ ਖਤਮ ਹੁੰਦੀ ਹੈ, ਪੰਜੇ ਦੇ ਪੰਜੇ ਆਪਣੇ ਆਪ ਹੀ ਖਤਮ ਹੋ ਜਾਂਦੇ। ਜੇ ਹਉਮੈ ਤੇ ਪੰਜੇ ਦੇ ਪੰਜੇ ਅੰਦਰ ਰਹਿੰਦੇ, ਸਾਡਾ ਨੁਕਸਾਨ ਕਰਦੇ ਰਹਿੰਦੇ। ਇਸ ਲਈ ਬਾਣੀ ਵਾਰੀ ਵਾਰੀ ਮਨੁੱਖ ਸਮਝਾਉਂਦੀ ਹੈ ਕਿ ਇਹ ਇਨਸਾਨ, ਜੋ ਕੁਛ ਤੇਰੇ ਕੋਲੇ ਹੈ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ, ਉਹਦਾ ਤੂੰ ਸ਼ੁਕਰਾਨਾ ਕਰ, ਸਗੋਂ ਹੰਕਾਰ ਨਾ ਕਰ। ਹੰਕਾਰ ਤਾਂ ਮਨੁੱਖ ਆਪਣੀ ਚੀਜ਼ 'ਤੇ ਕਰ ਸਕਦਾ ਹੈ, ਅਤੇ ਜਦੋਂ ਸਾਡਾ ਸਰੀਰ ਹੀ ਸਾਡਾ ਨਹੀਂ ਅਤੇ ਸਰੀਰ ਨਾਲ ਸੰਬੰਧਿਤ ਜੋ ਵੀ ਚੀਜ਼ਾਂ ਨੇ ਉਹ ਵੀ ਸਾਡੀਆਂ ਨਹੀਂ। ਸਾਨੂੰ ਸਰੀਰ ਪਰਮਾਤਮਾ ਨੇ ਦਿੱਤਾ ਹੈ, ਅਤੇ ਇਸ ਸਰੀਰ ਨਾਲ ਜੋ ਅਸੀਂ ਕਮਾਇਆ ਹੈ ਉਹ ਸਭ ਪਰਮਾਤਮਾ ਦਾ ਹੀ ਹੈ। ਧਨਵੰਤਾ ਹੋਏ ਕਰ ਗਰਭਾਵੈ, ਜੇ ਕੋਈ ਅਮੀਰ ਹੋ ਕੇ ਹੰਕਾਰ ਕਰਦਾ ਹੈ, ਤ੍ਰਿਣ ਸਮਾਨ ਕਛੁ ਸੰਗ ਨਾ ਜਾਵੇ। ਤ੍ਰਿਣ ਹੁੰਦਾ ਤਿਨਕਾ, ਤਿਨਕੇ ਮਾਤਰ ਵੀ ਕੁਝ ਨਾਲ ਨਹੀਂ ਜਾਣਾ, ਨਾਲ ਕੱਖ ਵੀ ਨਹੀਂ ਜਾਣਾ ਹੁੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੱਖਣੀ ਭਾਰਤ 'ਚ ਇੱਕ ਸ਼ਹਿਰ ਹੈ ਟਰਾਵਣਕੋਰ, ਉੱਥੇ ਚਲੇ ਗਏ। ਸੰਗਤ ਆ ਰਹੀ ਹੈ, ਮੱਥਾ ਟੇਕ ਰਹੀ ਹੈ, ਮਾਇਆ ਭੇਟ ਕਰ ਰਹੀ ਹੈ। ਰਾਜੇ ਨੂੰ ਵੀ ਪਤਾ ਲੱਗਾ ਕੋਈ ਸਾਧੂ ਆਇਆ ਹੈ, ਬੜੇ ਲੋਕ ਮੱਥਾ ਅੱਗੇ ਟੇਕਦੇ ਮਾਇਆ ਰੱਖ ਕੇ। ਜਦੋਂ ਰਾਜਾ ਨੇੜੇ ਆਇਆ, ਗੁਰੂ ਮਾਰੇ ਮਾਇਆ ਵਰਤਾਈ, ਢੇਰ ਲਾਤਾ ਮਾਇਆ ਦਾ ਅੱਗੇ। ਰਾਜੇ ਨੇ ਸੋਚਿਆ ਮੈਂ ਰਾਜਾ, ਇਹਦੇ ਕੋਈ ਮਾਇਆ ਚੱਕ ਲੈਣਾ, ਇਹਦੇ ਫਕੀਰ ਦਾ ਕੀ ਹੈ। ਉਹ ਜਦੋਂ ਲੱਗਿਆ ਰੁੱਗ ਭਰਨ, ਉਹਦੇ ਹੱਥ ਕੱਖ ਵੀ ਨਾ ਆਇਆ, ਸ਼ਰਮਿੰਦਾ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਕੀ ਗੱਲ ਰਾਜ ਨਾ, ਅਜੇ ਰੱਜੇ ਨਹੀਂ ਹੈਗੇ, ਇੰਨੀ ਮਾਇਆ ਤੁਹਾਡੇ ਕੋਲ ਹੈ, ਅਜੇ ਰੱਜ ਨਹੀਂ ਆਇਆ ਹੈ। ਇਹ ਬੜੀ ਸਮੱਸਿਆ ਹੈ। ਮਨੁੱਖ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਰੱਜਦਾ ਨਹੀਂ ਹੈ।
ਤੇ ਜੇ ਉਹ ਹੁੰਦਾ ਉਹਦੇ ਕੋਲੇ, ਉਹਦਾ ਉਹ ਹੰਕਾਰ ਕਰਦਾ ਰਹਿੰਦਾ। ਨਾਲੇ ਉਹਨੂੰ ਪਤਾ ਹੈ ਵੀ ਨਾਲ ਤੇ ਕੁਛ ਜਾਣਾ ਹੀ ਨਹੀਂ, ਇੱਥੇ ਹੀ ਸਭ ਕੁਛ ਰਹਿ ਜਾਣਾ, ਇੱਥੇ ਹੀ ਸਭ ਕੁਛ ਰਹਿ ਜਾਣਾ। ਰਿਸ਼ੀ ਮਾਰਕੰਡੇ ਹੋਏ ਨੇ, ਹਿੰਦੂ ਧਰਮ ਦੀਆਂ ਕਿਤਾਬਾਂ ਅਨੁਸਾਰ ਉਹਨਾਂ ਦੀ 10,000 ਸਾਲ ਉਮਰ ਸੀ। ਕਦੇ ਤੁਸੀਂ ਅੰਬਾਲੇ ਤੋਂ ਸ਼ਾਹਬਾਦ ਨੂੰ ਜਾਓ, ਰਾਹ 'ਚ ਮਾਰਕੰਡਾ ਦਰਿਆ ਹੁੰਦਾ, ਉਸ ਰਿਸ਼ੀ ਦੇ ਨਾਮ 'ਤੇ ਹੀ ਦਰਿਆ ਦਾ ਨਾਮ ਹੈ, ਕਿਉਂਕਿ ਇੱਥੇ ਕੰਢੇ 'ਤੇ ਬੈਠ ਕੇ ਤਪੱਸਿਆ ਕਰਿਆ, ਕਦੇ ਮੰਦਿਰ ਵੀ ਬਣਿਆ ਹੋਇਆ ਉੱਥੇ। ਰਿਸ਼ੀ ਮਾਰਕੰਡੇ ਹੈ, ਉਹਨਾਂ ਨੇ ਸਿਰ 'ਤੇ ਨਾ ਤਿਨਕੇ ਰੱਖੇ ਹੁੰਦੇ 5-7 ਬਸ। ਕਿਸੇ ਕਹਿਣਾ ਰਿਸ਼ੀ ਜੀ ਝੌਂਪੜੀ ਪਾ ਲਓ, ਉਹ ਭਾਈ ਕੱਲ੍ਹ ਨੂੰ ਪਤਾ ਨਹੀਂ ਜਿਉਂਦੇ ਰਹਿਣੇ ਕਿ ਨਹੀਂ ਰਹਿਣਾ, ਕਾਹਦੀ ਝੌਂਪੜੀ ਪਾ ਕੇ ਕਰਨੀ ਹੈ। 10,000 ਸਾਲ ਤਪੱਸਿਆ ਕਰਦੇ, ਝੌਂਪੜੀ ਵੀ ਨਹੀਂ ਪਾਈ, ਸਿਰ 'ਤੇ ਤਿਨਕੇ ਰੱਖਦਾ ਹੁੰਦਾ ਸੀ ਬਸ। ਸੋ ਇਸ ਲਈ ਸਮਝਾਉਂਦੇ ਨੇ ਸਾਨੂੰ ਗੁਰੂ ਮਹਾਰਾਜ ਕਿ ਨਾਲ ਤੇ ਇੱਕ ਤਿਨਕਾ ਮਾਤਰ ਵੀ ਨਾਲ ਨਹੀਂ ਜਾਣਾ। ਜਿਹੜਾ ਜੋ ਕੁਛ ਵੀ ਹੈ ਮਾਇਆ ਇੱਥੇ ਹੀ ਰਹਿ ਜਾਣੀ ਹੈ, ਤੇ ਫਿਰ ਕਹਿੰਦੇ ਹੰਕਾਰ ਕਾਹਦਾ ਕਰਨਾ ਹੈ। ਬਹੁ ਲਸ਼ਕਰ ਮਾਨਕ ਉੱਪਰ ਕਰੇ ਆਸ। ਲਸ਼ਕਰ ਫੌਜ ਨੂੰ ਕਹਿੰਦੇ, ਫਾਰਸੀ ਦਾ ਸ਼ਬਦ ਹੈ ਫੌਜ। ਕਈਆਂ ਕੋਲ ਬੜੀ ਫੌਜ ਹੁੰਦੀ ਹੈ, ਬੜੇ ਬੰਦੇ ਕੋਲ ਹੁੰਦੇ ਨੇ, ਉਹਨਾਂ 'ਤੇ ਆਸ ਲਾਈ ਰੱਖਦਾ ਹੈ ਵੀ ਔਖੇ ਵੇਲੇ ਮੇਰੀ ਸਹਾਇਤਾ ਕਰਨਗੇ। ਪਰ ਵੱਡੀਆਂ ਵੱਡੀਆਂ ਫੌਜਾਂ ਵੀ ਦੁਸ਼ਮਣ ਦੀਆਂ ਫੌਜਾਂ ਤੋਂ ਕਈ ਵਾਰੀ ਹਾਰ ਜਾਂਦੀਆਂ ਨੇ, ਹਾਰ ਜਾਂਦੀ। ਇਤਿਹਾਸ ਇਸ ਗੱਲ ਦਾ ਗਵਾਹ। ਹਿੰਦੁਸਤਾਨ ਦੇ ਇੱਕ ਰਾਜੇ ਕੋਲੇ ਜਦੋਂ ਬਾਬਰ ਆਇਆ ਹੈ, 1 ਲੱਖ ਫੌਜ ਸੀ। ਬਾਬਰ ਕੋਲ ਕੁੱਲ 12,000 ਸੀ, ਔਰ ਨਾਲ ਐਡੀ ਦੂਰੋਂ ਆਇਆ ਸੀ, ਥੱਕ ਟੁੱਟ ਵੀ ਗਈ ਹੋਣੀ ਫੌਜ। ਸਵੇਰੇ ਦਿਨ ਚੜ੍ਹੇ, ਲੜਾਈ ਸ਼ੁਰੂ ਹੋਈ ਹੈ, 2 ਵਜੇ ਨੂੰ ਹਿੰਦੁਸਤਾਨ ਦੀ 1 ਲੱਖ ਫੌਜ 12,000 ਦੇ ਸਾਹਮਣੇ ਹਾਰ ਗਈ। ਹਾਂ, 12,000 ਦੇ ਸਾਹਮਣੇ ਹਾਰ ਗਏ। ਇਸ ਲਈ ਕਾਹਦੀ ਆਸ ਰੱਖਣੀ ਹੈ ਵੀ ਇਹ ਨਹੀਂ ਮੇਰੇ ਕੋਲ ਫੌਜ ਜੀ, ਇੰਨੇ ਮੇਰੇ ਕੋਲ ਬੰਦੇ ਨੇ, ਹਾਂ ਇਹ ਮੇਰੀ ਕੋਈ ਸਹਾਇਤਾ ਕਰਨਗੇ। ਸਹਾਇਤਾ ਜਦੋਂ ਕਰਨੀ ਹੈ ਭਗਵਾਨ ਨੇ ਕਰਨੀ, ਅਤੇ ਜਦੋਂ ਭਗਵਾਨ ਸਹਾਇਤਾ ਕਰਨ 'ਤੇ ਆ ਜਾਏ ਨਾ, ਜਦੋਂ ਮਹਾਭਾਰਤ ਦਾ ਯੁੱਧ ਸ਼ੁਰੂ ਹੋਣਾ ਸੀ, ਕ੍ਰਿਸ਼ਨ ਮਹਾਰਾਜ ਸਾਂਝੇ ਗਿਣੇ ਗਏ ਸਨ। ਜਿਹੜਾ ਸੀ ਦੁਰਯੋਧਨ ਦਾ ਪਿਤਾ ਧ੍ਰਿਤਰਾਸ਼ਟਰ, ਉਹ ਦੁਰਯੋਧਨ ਨੂੰ ਕਹਿੰਦਾ ਵੀ ਸਵੇਰੇ ਲੜਾਈ ਸ਼ੁਰੂ ਹੋਣੀ ਹੈ, ਅਤੇ ਉਹ ਕ੍ਰਿਸ਼ਨ ਮਹਾਰਾਜ ਕੋਲ ਜਾ ਸਹਾਇਤਾ ਮੰਗ। ਦੁਰਯੋਧਨ ਚਲਿਆ ਗਿਆ। ਕ੍ਰਿਸ਼ਨ ਮਹਾਰਾਜ ਕਿਹਾ, ਆਓ ਜੀ, ਕਿਵੇਂ ਆਏ ਹੋ? ਕਹਿੰਦੇ ਜੀ ਤੁਹਾਨੂੰ ਪਤਾ ਸਵੇਰੇ ਯੁੱਧ ਹੋਣਾ ਪਾਂਡਵਾਂ ਨਾਲ ਸਾਡਾ। ਕਹਿੰਦੇ ਹਾਂ, ਸਾਡੀ ਸਹਾਇਤਾ ਕਰੋ ਜੀ। ਕ੍ਰਿਸ਼ਨ ਮਹਾਰਾਜ ਕਹਿੰਦੇ ਦੇਖ ਵੀ, ਇੱਕ ਤਾਂ ਹੈਗਾ ਮੈਂ, ਇੱਕ ਹੈਗੀ ਮੇਰੀ ਫੌਜ, ਤੂੰ ਆਇਆ ਪਹਿਲਾਂ, ਬੋਲ ਤੈਨੂੰ ਫੌਜ ਚਾਹੀਦੀ ਹੈ ਕਿ ਮੈਂ ਚਾਹੀਦਾ? ਉਹ ਹੰਕਾਰੀ ਸੀ, ਅਗਿਆਨੀ ਸੀ। ਉਹਨੇ ਕਿਹਾ ਮੈਂ ਇਕੱਲੇ ਤੋਂ ਕੀ ਕਰਾਉਣਾ, ਫੌਜ ਕਿੰਨੀ ਫੌਜ ਹੈ? ਕਹਿੰਦੇ ਮੈਨੂੰ ਤਾਂ ਫੌਜ ਦੇ ਦਿਓ। ਉਹਨੇ ਜਿਹੜਾ ਆਪਣੀ ਫੌਜ ਦਾ ਕਮਾਂਡਰ ਸੀ ਸੱਦਿਆ, ਕਹਿੰਦੇ ਭਾਈ ਸਵੇਰੇ ਤੁਸੀਂ ਦੁਰਯੋਧਨ ਵਾਲੇ ਪਾਸੇ ਚਲੇ ਜਾਣਾ, ਇਹਦੇ ਵੱਲੋਂ ਹੋ ਕੇ ਪਾਂਡਵਾਂ ਦੇ ਵਿਰੁੱਧ ਲੜਨਾ। ਵਾਪਸ ਚਲਿਆ ਗਿਆ। ਧ੍ਰਿਤਰਾ ਪੁੱਛਦਾ ਵੀ ਹਾਂ ਕੀ ਗੱਲਬਾਤ ਤੇਰੀ ਹੋਈ ਕ੍ਰਿਸ਼ਨ ਮਹਾਰਾਜ ਨਾਲ? ਕਹਿੰਦੇ ਮੈਂ ਗਿਆ ਸੀ। ਉਹ ਕਹਿੰਦੇ ਦੇਖ ਬਈ, ਇੱਕ ਤਾਂ ਹੈਗਾ ਮੈਂ, ਇੱਕ ਹੈਗੀ ਮੇਰੀ ਫੌਜ, ਤੂੰ ਆਇਆ ਪਹਿਲਾਂ, ਮੰਗ ਕੀ ਮੰਗਦਾ? ਅਤੇ ਧ੍ਰਿਤਰਾਸ਼ਟਰ ਕਹਿੰਦਾ ਤੂੰ ਕੀ ਮੰਗਿਆ? ਕਹਿੰਦੇ ਮੈਂ ਫੌਜ ਮੰਗੀ। ਕਹਿੰਦਾ ਜਾ ਮੂਰਖਾ, ਉਹ ਜਿੱਧਰ ਭਗਵਾਨ ਹੋਏਗਾ ਕਦੇ ਉਹ ਹਾਰੇ ਨੇ ਕਦੇ? ਤੈਨੂੰ ਇੰਨੀ ਅਕਲ ਨਹੀਂ ਸੀ ਕਿ ਤੂੰ ਤਾਂ ਹਾਰ ਜਾਣਾ। ਤੈਨੂੰ ਪਤਾ, ਤੈਨੂੰ ਸਮਝ ਹੀ ਨਹੀਂ ਆਈ ਹੈਗੀ। ਜਿੱਧਰ ਭਗਵਾਨ ਹੋਵੇਗਾ ਉੱਧਰ ਗਿਣਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕਿਤੇ ਕਹੇਂ ਤੇਰੀ ਬਹੁਤ ਫੌਜ ਹੈ ਅਤੇ ਕ੍ਰਿਸ਼ਨ ਮਹਾਰਾਜ ਦੀ ਫੌਜ ਮਿਲ ਗਈ, ਤੂੰ ਹਾਰ ਜਾਣਾ, ਤੂੰ ਇਹ ਗੱਲ ਹਾਰ ਗਿਆ। ਇਹ ਭਗਵਾਨ ਜਿਹਦੇ ਵੱਲ ਹੋ ਜਾਏ ਫਿਰ ਬਹੁਤੀਆਂ ਫੌਜਾਂ ਦੀ ਲੋੜ ਨਹੀਂ ਹੁੰਦੀ ਹੈਗੀ। ਅਤੇ ਕਈ ਵਾਰੀ ਬਹੁਤ ਫੌਜਾਂ ਵਾਲੇ ਵੀ ਹਾਰ ਜਾਂਦੇ। ਕਹਿੰਦੇ ਇਸ ਲਈ ਕਾਹਦੀ ਆਸ ਰੱਖਣੀ ਕਿਸੇ 'ਤੇ?
ਵੀ ਇਹ ਜੀ ਔਖੇ ਵੇਲੇ ਮੇਰੀ ਸਹਾਇਤਾ ਕਰਨ। ਕਹਿੰਦਾ ਜਿਨ੍ਹਾਂ ਫੌਜਾਂ 'ਤੇ ਜਿਨ੍ਹਾਂ ਮਨੁੱਖਾਂ 'ਤੇ ਹੇਨ ਸਣ ਤੂੰ ਆਸ ਲਾਈ ਬੈਠਾ ਨਾ, ਪਲ ਭੀਤਰ ਤਾਕਾ ਹੋਏ ਵਿਨਾਸ਼। ਇਹਨੂੰ ਪੜ੍ਹਨਾ ਤਾਕਾ, ਇਹ ਹਿੰਦੀ ਦੇ ਦੋਨੋਂ ਸ਼ਬਦ ਨੇ। ਦੇਖੋ ਭੀਤਰ ਵੀ ਹਿੰਦੀ ਦੇ ਸ਼ਬਦ ਨੇ, ਭੀਤਰ ਪਕ ਨੇ, ਅੱਖਰ ਗੁਰਮੁਖੀ ਦੇ ਨੇ। ਗੱਲ ਬਹੁਤੀ ਜਿਹੜੀ ਹੈ ਉਹ ਹਿੰਦੀ 'ਚ ਹੀ ਹੈ, ਕਿਉਂਕਿ ਗੁਰਬਾਣੀ 'ਚ ਪੰਜਾਬੀ ਬਹੁਤ ਥੋੜ੍ਹੀ ਹੈ, ਜ਼ਿਆਦਾ ਹਿੰਦੀ ਹੈ। ਕੁਝ ਥੋੜ੍ਹੇ ਜਿਹੇ ਸ਼ਬਦ ਅਰਬੀ ਫਾਰਸੀ ਦੇ ਨੇ। ਇਹ 'ਚ 1300 ਸ਼ਬਦ ਗੁਰੂ ਗ੍ਰੰਥ 'ਚ ਅਰਬੀ ਫਾਰਸੀ ਦੇ ਨੇ, ਕੁਝ 100 ਸ਼ਬਦ ਸੰਸਕ੍ਰਿਤ ਦੇ ਨੇ, ਕੁਝ 100 ਸ਼ਬਦ ਪੰਜਾਬੀ ਦੇ ਨੇ, ਬਾਕੀ ਬਹੁਤੀ ਹਿੰਦੀ ਹੀ ਹੈ। ਇਸ ਲਈ ਹਿੰਦੀ ਹੈ ਤਾ ਕਾ, ਤਾ ਮੈਨੇ ਉਸ, ਕਾ ਮੈਨੇ ਦਾ, ਉਸ ਦਾ। ਕਈਆਂ ਤੋਂ ਮੈਂ ਸੁਣਿਆ ਔਰ ਕਹਿੰਦੇ ਤਾਂ ਕਾ, ਇਹਨੂੰ ਪੜ੍ਹਨਾ ਤਾ ਕਾ। ਪਲ ਭੀਤਰ ਤਾਕਾ ਹੋਏ ਵਿਨਾਸ਼। ਜਿਹੜਾ ਬਹੁਤ ਆਸ ਲਾਈ ਬੈਠਾ ਨਾ ਆਪਣੀ ਫੌਜ ਅਤੇ ਮਨੁੱਖਾਂ ਦੇ, ਇੱਕ ਸੈਕਿੰਡ 'ਚ ਪਲ, ਇੱਕ ਸੈਕਿੰਡ 'ਚ ਉਹਦਾ ਨਾਸ ਸਭ ਕਾਸੇ ਦਾ ਹੋ ਸਕਦਾ। ਸਭ ਤੇ ਆਪ ਜਾਣੇ ਬਲਵੰਤ। ਬਲਵੰਤ ਹੁੰਦਾ ਤਾਕਤਵਰ, ਬਲ ਜਿਹਦੇ ਕੋਲ ਹੋਵੇ। ਜਿਹੜਾ ਸਮਝਦਾ ਵੀ ਮੈਂ ਬਹੁਤ ਬਲਵਾਨ ਹਾਂ, ਜਿਹੜਾ ਸਾਰਿਆਂ ਨਾਲੋਂ ਆਪਣੇ ਆਪ ਨੂੰ ਬਲਵਾਨ ਸਮਝਦਾ ਨਾ, ਖਿਨ ਮੈਂ ਹੋਏ ਜਾਏ ਭਸਮੰਤ। ਭਸਮ ਹੁੰਦੀ ਸਵਾ, ਉਹ ਤੇ ਇੱਕ ਸੈਕਿੰਡ, ਖਿਨ ਸੈਕਿੰਡ ਨੂੰ ਕਹਿੰਦੇ ਨੇ। ਹਿੰਦੀ ਦਾ ਸ਼ਬਦ ਹੈ ਕਿਸ਼ਣ, ਉੱਥੋਂ ਪੰਜਾਬੀ ਦਾ ਬਣਿਆ ਖਿਨ। ਖਿਨ ਮੈਂ, ਇੱਕ ਸੈਕਿੰਡ ਵਿੱਚ ਹੋਏ ਜਾਏ ਭਸਮੰਤ, ਉਹ ਸੜ ਕੇ ਮਰ ਕੇ ਸੁਆਹ ਹੋ ਜਾਂਦਾ ਹੈ। ਜਿਹੜਾ ਆਪਣੇ ਆਪ ਨੂੰ ਸਮਝਦਾ ਮੈਂ ਬੜਾ ਬਲਵੰਤ ਹਾਂ, ਮੈਂ ਬੜਾ ਤਾਕਤਵਰ ਹਾਂ, ਕਹਿੰਦੇ ਉਹ ਤਾਂ ਜੇ ਪਰਮਾਤਮਾ ਚਾਹੇ ਤਾਂ ਇੱਕ ਸੈਕਿੰਡ ਦੇ ਵਿੱਚ ਉਹ ਤਾਂ ਮਿੱਟੀ ਦੀ ਢੇਰੀ ਹੋ ਜਾਂਦਾ। ਕਿਸੇ ਨਾ ਬਦੈ ਆਪ ਅਹੰਕਾਰੀ। ਖਿਆਲ ਰੱਖਣਾ, ਜੇ ਤੁਸੀਂ ਇਹਨੂੰ ਅਹੰਕਾਰੀ ਪੜ੍ਹੋਗੇ, ਜਿਵੇਂ ਕਿ ਆਮ ਪੜ੍ਹਿਆ ਜਾਂਦਾ ਹੈ ਅਹੰਕਾਰੀ, ਉਹ ਤਾਂ ਹੰਕਾਰੀ ਦਾ ਵਿਰੋਧੀ ਸ਼ਬਦ ਹੋ ਜਾਏਗਾ। ਜੇ ਪੜ੍ਹੋਗੇ ਅਹੰਕਾਰੀ, ਉਹ ਤਾਂ ਹੰਕਾਰੀ ਦਾ ਵਿਰੋਧੀ ਸ਼ਬਦ ਹੈ। ਹੰਕਾਰੀ ਦਾ ਵਿਰੋਧੀ ਸ਼ਬਦ ਫਿਰ ਨਿਮਰਤਾ ਵਾਲਾ ਹੋ ਗਿਆ ਨਾ, ਉਹ ਤਾਂ ਗੱਲ ਹੀ ਗਲਤ ਹੋ ਜਾਏਗੀ। ਇਹ ਵਿਰੋਧੀ ਸ਼ਬਦ ਨਹੀਂ ਬਣਾਇਆ, ਇਹ ਇੱਕੋ ਸ਼ਬਦ ਹੈ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਹਦਾ ਉਚਾਰਨ ਹੈ ਅਹੰਕਾਰੀ। ਆੜੇ ਨੂੰ ਦਲਾਵਾਂ, ਜਿਹੜੀ ਉੱਤੇ ਟਿੱਪੀ ਹਾਹੇ 'ਤੇ ਲੱਗੀ ਹੈ, ਦਲਾਵਾਂ ਦਾ ਬਿੰਦੀ ਬਣ ਜਾਂਦੀ ਹੈ। ਆੜੇ ਨੂੰ ਦਲਾਵਾਂ ਨਾਲ ਬਿੰਦੀ ਹਾਹਾ, ਕੱਕੇ ਨੂੰ ਕੰਨਾ ਰਾਰ ਮੇਰੀ ਕਾਰੀ, ਅਹੰਕਾਰੀ। ਇਹਨੂੰ ਅਹੰਕਾਰੀ ਨਹੀਂ ਬੋਲਣਾ, ਇਹਨੂੰ ਬੋਲਣਾ ਅਹੰਕਾਰੀ। ਆੜੇ ਦਲਾਵਾਂ ਲਾ ਕੇ ਤੇ ਨਾਲ ਬਿੰਦੀ ਲਾ ਕੇ ਬੋਲਣਾ ਹੈ। ਕਿਸੇ ਨਾ ਬਦੈ ਆਪ ਅਹੰਕਾਰੀ। ਜਿਹੜਾ ਹੰਕਾਰੀ ਦਾ ਕਿਸੇ ਨੂੰ ਸਮਝਦੇ ਕੁਛ ਨਹੀਂ, ਬਦੈ ਉਹਦੇ ਕਿਸੇ ਨੂੰ ਸਮਝਣਾ, ਉਹ ਕਿਸੇ ਨੂੰ ਕੋਈ ਸਮਝਦੇ ਨਹੀਂ। ਹੁਣ ਤਾਂ ਐਵੇਂ ਸਾਹਮਣੇ ਬੈਠੇ ਲੋਕ ਕੀੜੇ ਮਕੌੜੇ ਲੱਗਦੇ ਹਨ। ਹੰਕਾਰ ਹੀ ਇੰਨਾ ਹੁੰਦਾ ਹੈ। ਕਈ ਵਾਰੀ ਹੰਕਾਰ ਕਈ ਚੀਜ਼, ਰਾਜ ਭਾਗ ਦਾ ਹੰਕਾਰ ਹੋ ਜਾਂਦਾ ਹੈ, ਮਾਇਆ ਦਾ ਹੰਕਾਰ ਹੋ ਜਾਂਦਾ ਹੈ, ਉੱਚੀ ਉੱਚੀਆਂ ਪੋਸਟਾਂ ਦਾ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਆਪਣੀ ਤਾਕਤ ਦਾ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਆਪਣੇ ਗਿਆਨ ਦਾ ਹੰਕਾਰ ਹੋ ਜਾਂਦਾ ਹੈ। ਹੰਕਾਰ ਦੀਆਂ ਕਈ ਕਿਸਮਾਂ ਨੇ। ਕਈ ਹੰਕਾਰੀ ਲੋਕ ਕਿਸੇ ਦੂਜੇ ਨੂੰ ਕਿਸੇ ਨਾ ਵਧੇ, ਕਿਸੇ ਨੂੰ ਕੁਝ ਸਮਝਦੇ ਹੀ ਨਹੀਂ, ਕਿਸੇ ਸਮਝਦੇ ਨਹੀਂ। ਗੁਰਬਾਣੀ ਕਹਿੰਦੇ ਗਰੀਬਾਂ ਉੱਪਰ ਜੇ ਖਿੰਜੇ ਦਾੜੀ। ਤੁਸੀਂ ਕਈ ਵਾਰ ਗੁੱਸੇ ਆਏ ਹੋਏ ਬੰਦੇ ਨਾ ਦੇਖਿਓ, ਉਹ ਦਾੜੀ ਦੇ ਹੱਥ ਫੇਰਦਾ ਹੈ, ਤੂੰ ਮੈਨੂੰ ਕੀ ਸਮਝ ਰੱਖਿਆ, ਮੈਂ ਕੱਢਾਂਗਾ ਤੇਰੇ ਘੀਸ ਵੱਟ, ਆਉਣ ਦੇ ਸਮਾਂ ਤੂੰ ਮੈਨੂੰ ਕੀ ਜਾਣਾ, ਐ ਨਾਲ ਅੱਤ ਕਰੂਗਾ। ਹਾਂ, ਅਤੇ ਪੰਚਮ ਪਾਤਸ਼ਾਹ ਕਹਿੰਦੇ ਗਰੀਬਾਂ ਉੱਪਰ ਜੋ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਰ ਮੈਂ ਸਾੜੀ। ਪਰਮਾਤਮਾ ਨੂੰ ਕੀ ਦੇਰ ਲੱਗਦੀ ਹੈ। ਸੁਲਹੀ ਖਾਨ ਕਹਿ ਰਿਹਾ ਹੈ ਪ੍ਰਿਥੀ ਚੰਦ ਨੂੰ, ਕਹਿੰਦੇ ਗੁਰੂ ਅਰਜਨ ਦੇਵ ਕੋਲ ਕਿੰਨੀ ਕੁ ਫੌਜ ਹੈ? ਕਦੇ ਕੋਈ ਫੌਜ ਨਹੀਂ। ਕਦੇ ਫਿਰ ਕਿਹੜੀ ਗੱਲ ਹੈ, ਮੈਂ 5 ਮਿੰਟ ਤੈਨੂੰ ਗੁਰਗੱਦੀ ਦਿਲਾ ਦਾਂਗਾ। ਮੈਂ ਤਾਂ ਕਿਹਾ ਪਤਾ ਨਹੀਂ ਉਹਦੇ ਕੋਲ ਕਿੰਨੀ ਕੁ, ਕਹਿੰਦਾ ਉਹਦੇ ਕੋਲ ਕੋਈ ਪਤਾ, ਫਕੀਰ ਆਦਮੀ। ਕਹਿੰਦਾ ਮੈਂ ਲੱਗ ਗਿਆ ਅਤੇ ਤੈਨੂੰ ਗੁਰਗੱਦੀ ਦਿਲਾ ਦੇਣੀ ਹੈ। ਰਾਹ ਦੇ ਵਿੱਚ ਪ੍ਰਿਥੀ ਚੰਦ ਦੇ ਸਹੁਰਿਆਂ ਦਾ ਘਰ ਆ ਗਏ, ਪਿੰਡ ਆ ਗਏ। ਪ੍ਰਿਥੀ ਚੰਦ ਉੱਥੇ ਆਇਆ ਹੋਇਆ ਸੀ। ਉਹਨਾਂ ਨੇ ਅੱਗੇ ਆਵੇ ਪਾਏ ਹੋਏ ਸਨ, ਇੱਟਾਂ ਪਕਾਉਂਦੇ ਸਨ।
ਚਲੋ ਉਹਨੇ ਕਿਹਾ ਰਾਤ ਇੱਥੇ ਰੱਖ ਲੈਣੇ ਇਹਨੂੰ ਸੂਲੀ ਚੰਦ ਨੂੰ, ਸੂਲੀ ਖਾਨ ਨੂੰ, ਸਵੇਰੇ ਲੈ ਜਾਵਾਂਗੇ। ਸੂਲੀ ਖਾਨ ਨੂੰ ਕਹਿੰਦਾ ਅੱਜ ਤੁਹਾਨੂੰ ਆਵੇ ਵਿਖਾਈ। ਸੂਲੀ ਖਾਨ ਦੇ ਘੋੜੇ ਚੜ੍ਹਿਆ ਹੋਇਆ ਸੀ, ਨਾਲ ਪ੍ਰਿਥੀ ਚੰਦ ਜਾ ਰਿਹਾ ਹੈ। ਹੁਣ ਦੇਖੋ ਪਰਮਾਤਮਾ ਸੀ ਨਾ, ਉਹਨੇ ਫਿਰ ਪੰਚਮ ਪਾਤਸ਼ਾਹ ਦੀ ਹਰ ਪ੍ਰਕਾਰ ਦੀ ਰੱਖਿਆ ਕਰਨੀ ਸੀ। ਪਰਮਾਤਮਾ ਨੇ ਕੀ ਭਾਣਾ ਵਰਤਾਇਆ, ਜਦੋਂ ਭੱਠੇ ਦੇ ਨੇੜੇ ਗਿਆ ਨਾ ਉਹਦਾ ਘੋੜਾ ਗਿਆ ਤਰਬਕ, ਉਹ ਤਰਬਕ ਕੇ ਪੱਠੇ 'ਤੇ ਚੜ੍ਹ ਗਿਆ। ਉਹ ਸੜਦਾ ਬਲਦਾ ਪੱਠਾ ਸੀ, ਘੋੜਾ ਉੱਥੇ ਸੜ ਕੇ ਮੱਚ ਗਿਆ, ਵਿੱਚ ਪ੍ਰਿਥੀ ਚੰਦ ਸੜ ਕੇ ਮਰ ਗਿਆ, ਵਿੱਚ ਸੂਲੀ ਖਾਨ ਸੜ ਕੇ ਮਰ ਗਿਆ। ਸੋ ਇਸ ਲਈ ਜਿਹੜਾ ਕਹਿੰਦਾ ਹੰਕਾਰ ਕਰਦਾ, ਦਾਤਾ ਕਹਿੰਦਾ ਇਹ ਕੋਈ ਪਤਾ ਨਹੀਂ, ਇੱਕ ਸੈਕਿੰਡ ਦੇ ਵਿੱਚ ਕੁਝ ਦਾ ਕੁਝ ਹੋ ਸਕਦਾ ਹੈ। ਗਿਆ ਤੁਸੀਂ ਕਹਿੰਦਾ ਮੈਂ ਤੈਨੂੰ 5 ਮਿੰਟਾਂ 'ਚ ਕਹਿੰਦਾ ਗੁਰਗੱਦੀ ਦਿਲਾ ਦਾਂਗਾ। ਫਿਰ ਤਾਂ ਹੀ ਗਰੀਬਾਂ ਉੱਪਰ ਜੋ ਖਿੰਜਿਆ ਦਾੜੀ, ਪਾਰ ਬ੍ਰਹਮ ਸਾ ਅਗਰ ਮੈਂ ਸਾੜੀ। ਅਤੇ ਮੁਸਲਮਾਨ ਧਰਮ ਅਨੁਸਾਰ ਜੇ ਕੋਈ ਮੁਸਲਮਾਨ ਅੱਗ 'ਚ ਸੜ ਕੇ ਮਰ ਜੇ ਉਹ ਸਿੱਧਾ ਹੀ ਨਰਕਾਂ ਨੂੰ ਜਾਂਦਾ ਹੈ। ਇਸ ਲਈ ਮੁਸਲਮਾਨ ਮੁਰਦੇ ਨੂੰ ਸਾੜਦੇ ਨਹੀਂ, ਉਹ ਇਸੇ ਲਈ ਨਹੀਂ ਸਾੜਦੇ। ਉਹਨਾਂ ਦੇ ਅਨੁਸਾਰ ਲਿਖਿਆ ਹੋਇਆ ਹੈ ਕਿ ਜਿਹੜਾ ਮੁਸਲਮਾਨ ਦਾ ਸਰੀਰ ਜਿਸ ਦਾ ਸਾੜਿਆ ਜਾਵੇਗਾ ਉਹ ਨਰਕਾਂ ਨੂੰ ਚਲਿਆ ਜਾਏਗਾ। ਉਸ ਹਿਸਾਬ ਨਾਲ ਜਿਹੜਾ ਸੀ ਸੂਲੀ ਖਾਨ ਨਰਕਾਂ ਨੂੰ ਚਲਿਆ ਗਿਆ। ਇਸ ਲਈ ਹੰਕਾਰ ਨਹੀਂ ਕਰਨਾ ਹੈ। ਕਿਸੇ ਨਾ ਵਧੈ ਆਪ ਅਹੰਕਾਰੀ, ਜਿਹੜਾ ਹੰਕਾਰੀ ਹੁੰਦਾ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ। ਧਰਮ ਰਾਏ ਤਿਸ ਕਰੇ ਖੁਆਰੀ, ਧਰਮ ਰਾਏ ਮੈਨੇ ਧਰਮ ਰਾਜ, ਧਰਮ ਰਾਜ ਉਸ ਨੂੰ ਖੁਆਰ ਕਰਦਾ ਹੈ। ਭਲਾ ਕਿ ਫਲਾਣਾ ਬੰਦਾ ਬੜਾ ਖੁਆਰ ਹੋ ਰਿਹਾ ਹੈ, ਦੁਖੀ ਹੋ ਰਿਹਾ, ਖੱਜਲ ਖੁਆਰ ਹੋ ਰਿਹਾ। ਧਰਮ ਰਾਏ ਧਰਮ ਰਾਜ ਉਸ ਨੂੰ ਖੁਆਰ ਕਰਦਾ ਹੈ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਅਭਿਮਾਨ ਹੰਕਾਰ ਨੂੰ ਕਹਿੰਦੇ ਨੇ। ਗੁਰੂ ਦੀ ਕਿਰਪਾ ਨਾਲ ਜਿਸ ਦਾ ਹੰਕਾਰ ਮਿਟ ਜਾਂਦਾ ਹੈ। ਧਿਆਨ ਦੇਣਾ, ਆਪਣੇ ਆਪ ਤੋਂ ਨਹੀਂ ਇਹ ਮਿਟਦਾ। ਬੰਦਾ ਜੇ ਕਹੇ ਨਾ ਮੈਂ ਹੰਕਾਰ ਛੱਡ ਦਿਆਂ, ਇਸ ਤੋਂ ਨਹੀਂ ਛੱਡਿਆ ਜਾਂਦਾ। ਇਹ ਤਾਂ ਸਿਰਫ ਅਰਦਾਸਾਂ ਕਰ ਸਕਦੇ ਸੀ, ਅਰਦਾਸਾਂ ਕਰ ਸੱਚੇ ਪਾਤਸ਼ਾਹ ਕਿਰਪਾ ਕਰੋ। ਮੇਰੇ ਕੋਲ ਕਈ ਆਉਂਦੇ ਨੇ, ਬਾਬਾ ਜੀ ਮੈਂ ਸ਼ਰਾਬ ਛੱਡ ਦੇਣਾ ਚਾਹੁੰਦਾ ਹਾਂ, ਮੈਂ ਨਸ਼ੇ ਛੱਡ ਦੇਣਾ ਚਾਹੁੰਦਾ, ਪਰ ਸੱਚੀ ਗੱਲ ਹੈ ਮੇਰੇ ਤੋਂ ਛੱਡ ਨਹੀਂ ਹੁੰਦੇ। ਮੈਨੂੰ ਪਤਾ ਇਹਨਾਂ ਗੱਲਾਂ ਦਾ ਬਹੁਤ ਔਖਾ ਹੁੰਦਾ। ਨਸ਼ਿਆਂ 'ਚ ਲੱਗਣਾ ਬੜਾ ਆਸਾਨ ਹੈ, ਪਰ ਇਹਨਾਂ ਨੂੰ ਛੱਡਣਾ ਬਹੁਤ ਹੀ ਔਖਾ ਹੈ। ਹੁਣ ਦੇਖੋ ਚਾਹ ਰਹੇ ਨੇ, ਇੱਕ ਤਾਂ ਚਾਹੁੰਦਾ ਹੀ ਨਹੀਂ, ਮਾਂ ਪਿਓ ਕਹਿੰਦੇ ਤੁਸੀਂ ਨਸ਼ੇ ਛੱਡ ਦਿਓ, ਉਹ ਮੰਨਦੇ ਹੀ ਨਹੀਂ ਹੈਗੇ। ਕਈ ਮੇਰੇ ਕੋਲ ਐਸੇ ਆਉਂਦੇ ਨੇ ਜਿਹੜੇ ਤੰਗ ਹੋ ਗਏ ਨੇ ਅਤੇ ਗਿਆਨ ਹੋ ਗਿਆ, ਕਹਿੰਦੇ ਬਾਬਾ ਜੀ ਵੀ ਨਸ਼ੇ ਅਸੀਂ ਛੱਡਣਾ ਚਾਹੁੰਦੇ ਹਾਂ, ਸ਼ਰਾਬ ਛੱਡਣੀ ਚਾਹੁੰਦੇ ਹਾਂ, ਇਹ ਛੱਡ ਹੀ ਨਹੀਂ ਹੁੰਦੀ। ਹੁਣ ਕਿਉਂਕਿ ਮਨ ਹੋ ਗਿਆ ਕਮਜ਼ੋਰ, ਨਸ਼ੇ ਕਰ ਕਰਕੇ ਨਾ ਮਨ ਕਮਜ਼ੋਰ ਹੋ ਜਾਂਦਾ ਬੰਦੇ ਦਾ। ਕਮਜ਼ੋਰ ਹੋਇਆ ਹੋਇਆ ਮਨ ਜਿਹੜਾ ਫੈਸਲਾ ਕਰ ਲੈਂਦਾ ਨਾ ਉਸ 'ਤੇ ਦ੍ਰਿੜ ਨਹੀਂ ਰਹਿੰਦਾ। ਕਮਜ਼ੋਰ ਮਨ ਜਿਹੜਾ ਹੈ ਕੀਤੇ ਹੋਏ ਫੈਸਲੇ 'ਤੇ ਦ੍ਰਿੜ ਨਹੀਂ ਰਹਿੰਦਾ। ਉਹਨੂੰ ਫਿਰ ਪਾਠ ਦੇ ਦੇ ਕੇ ਉਹਦੇ ਮਨ ਨੂੰ ਅਸੀਂ ਮਜ਼ਬੂਤ ਕਰਦੇ ਹਾਂ। ਜਦੋਂ ਹੁਣ ਦੇਖੋ ਬਾਣੀ ਹੈਗੀ ਗੁਰੂ, ਅਤੇ ਗੁਰੂ ਮਹਾਰਾਜ 'ਤੇ ਸਮਰੱਥ ਹੁੰਦੇ ਨੇ, ਉਹ 'ਤੇ ਸਭ ਕੁਛ ਕਰ ਸਕਦੇ ਨੇ। ਅਸੀਂ ਫਿਰ ਉਹਨੂੰ ਬਾਣੀ ਦਿੰਦੇ ਹਾਂ ਬਈ ਇਹਦਾ ਮਨ ਮਜ਼ਬੂਤ ਹੋਵੇ। ਜਦੋਂ ਇਹਦਾ ਮਨ ਮਜ਼ਬੂਤ ਹੋ ਗਿਆ, ਇਹ ਆਪੇ ਹੀ ਇਸ ਕੰਮ ਨੂੰ ਛੱਡ ਜਾਏਗਾ। ਅਤੇ 1 2 3 ਚਲੀਆਂ ਬਾਅਦ ਉਹ ਆਉਂਦਾ ਜੀ ਬੜੀ ਕਿਰਪਾ ਹੋ ਗਈ ਹੈ ਜੀ, ਖਹਿੜਾ ਛੁੱਟ ਗਿਆ ਜੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜੇ ਹੰਕਾਰ ਨਾ ਇਹ ਆਪਣੇ ਯਤਨਾਂ ਨਾਲ ਨਹੀਂ ਛੁੱਟਣਾ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਗੁਰੂ ਦੀ ਕਿਰਪਾ ਨਾਲ ਜਿਸ ਦਾ ਹੰਕਾਰ ਮਿਟ ਜਾਵੇ, ਸੋ ਜਨ ਨਾਨਕ ਦਰਗਾਹ ਪਰਵਾਨ। ਧਿਆਨ ਦੇਣਾ, ਇਹ ਦਰਗਾਹ ਸ਼ਬਦ ਫਾਰਸੀ ਦਾ ਹੈ। ਫਾਰਸੀ ਦੇ ਵਿੱਚ ਇਹਦਾ ਉਚਾਰਨ ਦਰਗਾਹ ਲਿਖਿਆ ਡਿਕਸ਼ਨਰੀ 'ਚ। ਮੈਂ ਆਪ ਵੀ 25 ਸਾਲ ਅਤੇ ਹੋਰ ਕਿੰਨੇ ਗੁਰਖ ਪਿਆਰੇ ਨੇ ਸੋ ਦਰਗਾਹ ਬੋਲਦੇ ਨੇ। ਮੈਨੂੰ 28 ਸਾਲ ਹੋ ਗਏ ਸੰਥਿਆ ਦਿੰਦੇ ਆ, 25 ਸਾਲ ਮੈਂ ਵੀ ਇਸਨੂੰ ਦਰਗਾਹ ਬੋਲੀ ਗਿਆ। ਕਿਉਂ? ਮੈਂ ਕੋਈ ਅਰਬੀ ਫਾਰਸੀ ਪੜ੍ਹੀ ਨਹੀਂ ਸੀ, ਮੈਂ ਤਾਂ ਪੰਜਾਬੀ ਪੜ੍ਹੀ ਸੀ, ਹਿੰਦੀ ਪੜ੍ਹੀ ਸੀ, ਸੰਸਕ੍ਰਿਤ ਪੜ੍ਹੀ ਸੀ। ਸੱਚੀ ਗੱਲ, ਇਹਨਾਂ ਤਿੰਨਾਂ ਦਾ ਤਾਂ ਮੈਨੂੰ ਗਿਆਨ ਸੀ,
ਪਰ ਮੈਂ ਅਰਬੀ ਫਾਰਸੀ ਨਹੀਂ ਸੀ ਪੜ੍ਹੀ, ਇਸ ਲਈ ਮੈਨੂੰ ਬੜੀ ਦਿੱਕਤ ਆਉਂਦੀ ਸੀ। ਜਿਵੇਂ ਸੁਣਿਆ ਦੂਜਿਆਂ ਤੋਂ ਉਵੇਂ ਮੈਂ ਵੀ ਦਰਗਾਹ ਕਹਿਣ ਲੱਗ ਪਿਆ। ਜਦੋਂ ਮੈਂ ਗੁਰਬਾਣੀ ਦਾ ਉਚਾਰਨ ਵਾਲੀ ਕਿਤਾਬ ਲਿਖਣੀ ਸੀ, ਫਿਰ ਮੈਨੂੰ ਮਨ ਨੂੰ ਹੋਇਆ ਵੀ ਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਕੋਈ ਅਰਬੀ ਫਾਰਸੀ ਦੀ ਕੋਈ ਡਿਕਸ਼ਨਰੀ ਮਿਲ ਜਾਏ। ਦੁਕਾਨਾਂ 'ਤੇ ਮੈਂ ਗਿਆ, ਕਦੇ ਅੱਜ ਕੱਲ੍ਹ ਕਿੱਥੇ ਜੀ ਅਰਬੀ ਫਾਰਸੀ। ਕੁਦਰਤੀ ਸਾਡਾ ਇੱਕ ਸਾਧ ਸੰਗੀ ਸਰਦਾਰ ਵਿਜੇ ਸਿੰਘ, ਉਹਨਾਂ ਦੇ ਸਹੁਰਾ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉੱਥੇ ਪ੍ਰੋਫੈਸਰ ਲੱਗੇ ਸਨ। ਉਹ ਫਾਰਸੀ ਦੇ ਪ੍ਰੋਫੈਸਰ ਸਨ। ਉਹਨਾਂ ਨੇ 3-4 ਪ੍ਰੋਫੈਸਰਾਂ ਨੇ ਰਲ ਕੇ ਇਹ ਡਿਕਸ਼ਨਰੀ ਤਿਆਰ ਕੀਤੀ। ਗੁਰਬਾਣੀ ਦੇ ਉਹ ਸ਼ਬਦ ਜਿਹੜੇ ਅਰਬੀ ਫਾਰਸੀ ਦੇ ਨੇ, ਉਹਨਾਂ ਦੀ ਉਹਨਾਂ ਨੇ ਡਿਕਸ਼ਨਰੀ ਤਿਆਰ ਕੀਤੀ। ਉਹ ਕੁਦਰਤੀ ਮੈਨੂੰ ਉਹਨਾਂ ਸਤਸੰਗੀਆਂ ਤੋਂ ਮਿਲ ਗਈ। ਮੈਂ ਚਲੋ ਆ ਵੀ ਮੇਰੀ ਸਮੱਸਿਆ ਜਿਹੜੀ ਹੱਲ ਹੋ ਗਈ। ਸੋ ਹਿੰਦੀ ਦੀ ਡਿਕਸ਼ਨਰੀ ਸਾਹਮਣੇ ਰੱਖ ਕੇ, ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਸਾਹਮਣੇ ਰੱਖ ਕੇ, ਜੋ ਮੈਂ ਸੰਸਕ੍ਰਿਤ ਕਿਤਾਬਾਂ ਸੀ ਉਹ ਰੱਖ ਕੇ, ਫਿਰ ਉਹ ਡਿਕਸ਼ਨਰੀ ਰੱਖ ਕੇ, ਫਿਰ ਮੈਂ ਇਹਨਾਂ ਦੇ ਉਚਾਰਨ ਲਿਖਣੇ ਸ਼ੁਰੂ ਕੀਤੇ। ਅਜੇ ਵੀ ਉਸ 'ਚ ਕੁਝ ਗਲਤੀਆਂ ਰਹਿ ਗਈਆਂ ਨੇ। ਹੁਣ ਮੈਂ ਜਿਹੜੀ ਨਵੀਂ ਕਿਤਾਬ ਲਿਖ ਰਿਹਾ 3-4 ਮਹੀਨੇ ਤੱਕ ਸ਼ਾਇਦ ਛਪ ਜਾਏਗੀ। ਉਹ 'ਚ ਫਿਰ ਉਹ ਗਲਤੀਆਂ ਵੀ ਦੂਰ ਕਰ ਦਿੱਤੀਆਂ ਗਈਆਂ ਅਤੇ ਸੁਧਾਰ ਕਰ ਦਿੱਤੇ ਗਏ ਨੇ। ਫਿਰ ਮੈਨੂੰ ਪਤਾ ਲੱਗਾ ਵੀ ਦੱਦਾ ਰਾਰਾ ਗੱਗਾ ਹਾਹਾ ਇਹਦਾ ਉਚਾਰਨ ਹੈ ਦਰਗਾਹ। ਆਮ ਵੀ ਆਪਾਂ ਕਹਿੰਦੇ ਇਹ ਪੀਰ ਦੀ ਦਰਗਾਹ ਹੈ ਜੀ। ਮੈਂ ਜੀ ਪੀਰ ਦੀ ਦਰਗਾਹ 'ਤੇ ਚੱਲਿਆ, ਕਈ ਕਹਿੰਦੇ ਨੇ। ਦੱਦਾ ਰਾਰਾ ਗੱਗਾ ਹਾਹੇ ਨੂੰ ਸਿਹਾਰੀ, ਉਹਦਾ ਵੀ ਉਚਾਰਨ ਲਿਖੀ ਦਰਗਾਹ ਹੀ ਲਿਖਿਆ ਹੋਇਆ ਹੈ। ਸਿਰਫ ਮੀਨਿੰਗ ਇਹਨੇ ਦਰਗਾਹ ਵਿੱਚ। ਸੋ ਜਨ ਨਾਨਕ ਦਰਗਾਹ ਪ੍ਰਵਾਨ, ਉਹ ਜਿਹੜਾ ਜਨ ਹੈ ਪਰਮਾਤਮਾ ਜਿਹੜਾ ਭਗਤ ਹੈ, ਉਹ ਫਿਰ ਦਰਗਾਹ 'ਚ ਪ੍ਰਵਾਨ ਹੋ ਜਾਂਦਾ। ਕਿਹੜਾ? ਗੁਰੂ ਦੀ ਕਿਰਪਾ ਨਾਲ ਜਿਹਦਾ ਹੰਕਾਰ ਖਤਮ ਹੋ ਜਾਏ। ਸੋ ਗੁਰੂ ਦੀ ਕਿਰਪਾ ਮੰਗਣੀ ਅਸੀਂ। ਠੀਕ ਹੈ, ਯਤਨ ਕਰਨਾ ਹੈ। ਹਾਂ, ਮੈਂ ਇੱਕ ਵਾਰੀ ਬੱਸ 'ਚ ਬੈਠਾ, ਡਰਾਈਵਰ ਦਾ ਸ਼ੀਸ਼ਾ ਜਿਹੜਾ ਹੁੰਦਾ ਉਸ 'ਤੇ ਲਿਖਿਆ ਮਿਹਨਤ ਮੇਰੀ ਰਹਿਮਤ ਤੇਰੀ। ਮੈਂ ਡਰਾਈਵਰ ਸਾਹਿਬ ਇਹ ਆਪਣੇ ਲਈ ਬਿਲਕੁਲ ਢੁਕਦਾ ਹੈ, ਪਰ ਜਦੋਂ ਸਾਡੇ 'ਚ ਕੋਈ ਬ੍ਰਹਮ ਗਿਆਨੀ ਬਣ ਗਿਆ ਨਾ, ਉਦੋਂ ਫਿਰ ਕਹੇਗਾ ਮਿਹਨਤ ਤੇਰੀ ਰਹਿਮਤ ਵੀ ਤੇਰੀ। ਇਹ ਸੱਚੇ ਪਾਤਸ਼ਾਹ ਮੈਂ ਕੌਣ ਮਿਹਨਤ ਕਰਨ ਵਾਲਾ? ਇਹ ਤੂੰ ਮਿਹਨਤ ਕਰਵਾਈ ਤਾਂ ਮੈਂ ਕੀਤੀ। ਪਹਿਲੀ ਸਾਡੀ ਅਵਸਥਾ ਇਹ ਹੈ ਵੀ ਮਿਹਨਤ ਮੇਰੀ ਰਹਿਮਤ ਤੇਰੀ। ਹੈ ਪਰਮਾਤਮਾ ਮਿਹਨਤ ਮੇਰੀ, ਕਿਰਪਾ ਤੇਰੀ ਹੈ। ਜਦੋਂ ਬ੍ਰਹਮ ਗਿਆਨ ਦਾ ਫਿਰ ਗਿਆਨ ਦਾ ਓਹੋ ਬਈ ਜੇ ਪਰਮਾਤਮਾ ਮੇਰੇ 'ਚ ਮਿਹਨਤ ਦਾ ਗੁਣ ਹੀ ਨਾ ਪੈਦਾ ਕਰਦਾ, ਫਿਰ ਮੈਂ ਕਿੱਥੋਂ ਮਿਹਨਤ ਕਰ ਲੈਂਦਾ? ਤੁਹਾਡੇ ਬੱਚੇ ਨੇ ਕਈਆਂ ਦੇ, ਕੋਈ ਬੱਚਾ ਆਪਣੇ ਆਪ ਹੀ ਪੜ੍ਹੀ ਜਾ ਰਿਹਾ, ਕੁਛ ਨਹੀਂ ਉਹਨੂੰ ਕਹਿਣਾ ਪੈਂਦਾ। ਸਾਡਾ 37 ਸਾਲ ਦਾ ਤਜਰਬਾ ਹੈ। ਕਈ ਬੱਚੇ ਨੂੰ ਕੁਝ ਨਹੀਂ ਕਹਿਣਾ ਪੈਂਦਾ, ਆਪੇ ਹੀ ਪੜ੍ਹਾਈ ਕਰਦੇ ਰਹਿੰਦੇ ਨੇ। ਹੁਣ ਕੁਝ ਅਜਿਹੇ ਨੇ ਜਿਨ੍ਹਾਂ ਨੂੰ ਝਿੜਕਣਾ ਪੈਂਦਾ ਹੈ, ਕੁਝ ਅਜਿਹੇ ਨੇ ਜਿਨ੍ਹਾਂ ਨੂੰ ਥੱਪੜ ਮਾਰਨੇ ਪੈਂਦੇ ਨੇ, ਅਤੇ ਕੁਝ ਅਜਿਹੇ ਐਸੇ ਢੀਠ ਨੇ ਚਾਹੇ ਜੋ ਮਰਜ਼ੀ ਕਰੋ ਪੜ੍ਹਦੇ ਨਹੀਂ ਹੁੰਦਾ। ਇਹ ਭਾਂਤ ਦੇ ਲੋਕ ਹੁੰਦੇ ਨੇ। ਹੁਣ ਜਿਹੜੇ ਆਪਣੇ ਆਪ ਪੜ੍ਹੀ ਜਾਂਦੇ ਨੇ, ਉਹਨਾਂ ਦੇ ਪਰਮਾਤਮਾ ਨੇ ਉਹ ਗੁਣ ਪੈਦਾ ਕੀਤਾ ਮਿਹਨਤ ਦਾ। ਨਾ ਟੀਚਰ ਨੂੰ ਕਦੇ ਕੁਝ ਕਹਿਣ ਦੀ ਲੋੜ ਪਈ ਹੈ, ਨਾ ਮਾਂ ਪਿਓ ਨੂੰ, ਉਹ ਆਪੇ ਹੀ ਲੱਗੇ ਰਹਿੰਦੇ ਨੇ। ਕਈ ਵਾਰੀ ਮਾਂ ਪਿਓ ਸਗੋਂ ਕਹਿੰਦੇ ਨੇ ਵੀ ਬੇਟਾ ਜਾਂ ਬੇਟੀ ਬਹੁਤ ਰਾਤ ਹੋ ਗਈ ਹੈ, ਹੁਣ ਤੂੰ ਸੌਂ ਲੈ, ਸਵੇਰੇ ਫਿਰ ਉੱਠਣਾ ਹੋਏਗਾ। ਇਹ ਦਾਤੇ ਦੀ ਕਿਰਪਾ ਹੈ। ਇਸ ਲਈ ਹਉਮੈ ਨਹੀਂ ਕਰੀਦੀ। ਕੋਈ ਬੱਚਾ ਸਾਰੇ ਪੰਜਾਬ 'ਚ ਫਸਟ ਵੀ ਆ ਗਿਆ ਮੰਨ ਲਓ, ਉਹਨੂੰ ਵੀ ਨਹੀਂ ਹਉਮੈ ਕਰਨੀ ਚਾਹੀਦੀ। ਕਿਉਂ? ਪਰਮਾਤਮਾ ਨੂੰ ਦਿਮਾਗ ਦਿੱਤਾ। ਪਹਿਲੀ ਗੱਲ, ਫਸਟ ਆਉਣ ਲਈ ਨੇਰੀ ਮਿਹਨਤ ਕੰਮ ਨਹੀਂ ਕਰਦੀ। ਇਹ ਖਿਆਲ ਰੱਖਣਾ। ਮਿਹਨਤ ਕਰਨਾ ਫਸਟ ਡਿਵੀਜ਼ਨਾਂ 'ਤੇ ਆ ਜਾਂਦੀਆਂ ਨੇ, ਪਰ ਜਿਹੜੇ ਬੱਚੇ ਹੁੰਦੇ ਇੰਟੈਲੀਜੈਂਟ ਜਿਹਨੂੰ ਕਹਿੰਦੇ ਨੇ, ਉਹ ਪਹਿਲੇ ਦੂਜੇ ਨੰਬਰ 'ਤੇ ਉਹ ਆਉਂਦੇ ਨੇ। ਉਹਨਾਂ ਨੂੰ ਦਿਮਾਗ ਹੀ ਪਰਮਾਤਮਾ ਨੇ ਇੰਨਾ ਦਿੱਤਾ ਹੁੰਦਾ, ਕੋਈ ਇੱਕ ਵਾਰੀ ਸੁਣਦੇ ਨੇ ਜਾਂ ਪੜ੍ਹਦੇ ਨੇ, ਉਹਨਾਂ ਨੂੰ ਯਾਦ ਹੋ ਜਾਂਦਾ ਹੈ, ਤਾਂ ਉਹ ਆਉਂਦੇ ਨੇ। ਹੁਣ ਵੱਡੀਆਂ ਵੱਡੀਆਂ ਪੋਸਟਾਂ 'ਤੇ ਜਿਹੜੇ ਸਿਲੈਕਟ ਹੁੰਦੇ ਨੇ ਬੱਚੇ, ਕੁਦਰਤ ਵੱਲੋਂ ਦਿਮਾਗ ਮਿਲਿਆ ਹੋਇਆ ਹੈ। ਇੱਕ ਦਿਮਾਗ ਮਿਲਿਆ, ਦੂਜੀ ਨਾਲ ਮਿਹਨਤ ਮਿਲੀ। ਸਾਡੇ ਨਾਲ ਇਕਨੋਮਿਕਸ ਦਾ ਲੈਕਚਰਰ ਇੱਕ ਹੁੰਦਾ ਸੀ, ਪੰਜਾਬ ਦੇ 2 ਆਈਸ ਅਫਸਰ ਜਿਹੜੇ ਸਨ, ਉਹਦੇ ਨਾਲ ਹੀ ਪੜ੍ਹਿਆ ਕਰਦੇ ਸਨ। ਇੱਕ ਨਾਲ ਪੜ੍ਹਿਆ ਕਰਦੇ ਸੀ। ਇੱਕ ਦਾ ਨਾਂ ਸੀ ਮਨਮੋਹਨ ਸਿੰਘ, ਉਹ ਪ੍ਰਧਾਨ ਮੰਤਰੀ ਨਹੀਂ ਪੰਜਾਬ ਦੇ, ਇੱਕ ਮਨਮੋਹਨ ਸਿੰਘ ਆਈਸ ਅਫਸਰ ਹੋਏ ਨੇ।
ਇੱਕ ਪਤਾ ਨਹੀਂ ਕੇਸਰ ਸਿੰਘ ਸੀ, ਕੋਈ ਇਹੋ ਜਿਹਾ ਨਾਮ ਦੱਸਦਾ ਸੀ ਉਹ। ਕਹਿੰਦੇ ਅਸੀਂ ਤਿੰਨੋਂ B.Com ਵੀ ਅਸੀਂ ਇਕੱਠਿਆਂ ਕੀਤੀ, M.Com ਵੀ ਅਸੀਂ ਇਕੱਠਿਆਂ ਕੀਤੀ, ਪਰ ਮੈਂ ਦੇਖਿਆ ਉਹ ਦੋਨੋਂ ਇੰਨੇ ਇੰਟੈਲੀਜੈਂਟ ਸਨ ਕਿ ਉਹ ਆ ਕੇ ਪੜ੍ਹਦੇ ਕੋਈ ਨਹੀਂ ਸਨ। 5-10 ਮਿੰਟ ਅੱਧਾ ਘੰਟਾ ਪੜ੍ਹਦੇ ਸਨ, ਮੈਂ 5-5 6-6 ਘੰਟੇ ਲੱਗਾ ਤੇ ਫਿਰ ਮੇਰੇ ਤੋਂ ਵੱਧ ਨੰਬਰ ਲੈ ਜਾ ਕਰਦੇ ਸਨ। ਮੈਂ ਭਾਈ ਉਹਨਾਂ ਨੂੰ ਪਰਮਾਤਮਾ ਨੇ, ਠੀਕ ਹੈ ਤੈਨੂੰ ਪਰਮਾਤਮਾ ਨੇ ਮਿਹਨਤ ਦਿੱਤੀ, ਉਹਨਾਂ ਨੂੰ ਪਰਮਾਤਮਾ ਨੇ ਦਿਮਾਗ ਦਿੱਤਾ। ਮਿਹਨਤੀ ਬੰਦਾ ਜਿਸ ਨੂੰ ਦਿਮਾਗ ਪਰਮਾਤਮਾ ਉਹਦਾ ਨਹੀਂ ਮੁਕਾਬਲਾ ਕਰ ਸਕਿਆ ਕਰਦਾ। ਦਿਮਾਗ ਹੀ ਹੁੰਦਾ। ਮੈਂ ਹਾਂ ਉਹ ਤਾਂ ਇੱਕ ਵਾਰੀ ਸੁਣ ਲਏਗਾ ਉਹਨੂੰ ਯਾਦ ਹੋ ਜਾਏਗੀ। ਲਾਲਾ ਹਰਦਿਆਲ M.A. ਸਨ ਪਾਸ, ਉਹ ਇੰਨੇ ਇੰਟੈਲੀਜੈਂਟ ਸਨ, ਉਹ ਬੜੇ ਪ੍ਰਸਿੱਧ ਹੋ ਗਏ ਕਿ ਇੱਕ ਵਾਰੀ ਉਹਦੇ ਦੋਸਤ PhD ਕਰ ਰਹੇ ਸੀ ਦੋਨੋਂ ਹੀ। ਉਹਦੇ ਦੋਸਤ ਨੇ ਜਿਹੜਾ ਥੀਸਿਸ ਦਿੱਤਾ ਸੀ PhD ਲਈ ਉਹ ਪਹਿਲਾਂ ਲਿਖ ਲਿਆ। ਦੋਸਤ ਉਹਨੂੰ ਆ ਗਿਆ ਕਿ ਇਹ ਪੜ੍ਹ ਕੇ ਯਾਰ ਵੇਖ, ਕੋਈ ਗਲਤੀ ਤਾਂ ਮੈਨੂੰ ਦੱਸ ਦੇ। ਉਹ ਕਹਿੰਦਾ ਤੂੰ ਬਸ ਮੈਨੂੰ ਸੁਣਾਈ ਚੱਲ। 150 ਸਫ਼ੇ ਦਾ ਥੀਸਿਸ ਸੀ। ਦੋਸਤ ਉਹਨੂੰ ਸੁਣਾਈ ਗਿਆ, ਨਾਲ ਉਹਨੂੰ ਦੱਸੀ, ਗਾਈਡ ਕਰੀ ਗਿਆ। 150 ਸਫ਼ਾ ਜੋ ਸਾਰਾ ਸੁਣ ਲਿਆ, ਉਹਨੂੰ ਕਹਿੰਦਾ ਲੈ ਜਾ ਤੂੰ ਭਾਈ ਆਪਣਾ, ਬਸ ਮੈਂ ਤੈਨੂੰ ਠੀਕ ਕਰਦਾ। ਜਿਉਂ ਰਾਤ ਨੂੰ ਬੈਠਾ ਰਿਹਾ, ਲਿਖੀ ਗਿਆ। ਦੇਖੋ ਇੱਕੋ ਵਾਰ ਉਹ ਸੁਣੇ ਉਹਨੇ 150 ਸਫ਼ਾ, ਹੂ ਬਹੂ 2 ਦਿਨਾਂ 'ਚ 150 ਸਫ਼ਾ ਲਿਖ ਕੇ ਪਹਿਲਾਂ ਜਾ ਕੇ ਯੂਨੀਵਰਸਿਟੀ ਆਪਣਾ ਥੀਸਿਸ ਸਬਮਿਟ ਕਰਤਾ। ਕਹਿੰਦਾ ਲਓ ਜੀ। ਤੀਜੇ ਦਿਨ ਦੋਸਤ ਲੈ ਕੇ ਉਹੀ ਚੀਜ਼। ਉਹ ਯੂਨੀਵਰਸਿਟੀ ਵਾਲੇ ਕਹਿਣ ਵੀ ਇਹ ਕੀ ਗੱਲ, ਦੋਨਾਂ ਦਾ ਅੱਖਰ ਮਿਲਦਾ ਹੈ। ਉਹ ਜਿਹਨੇ ਬਾਅਦ 'ਚ ਸਬਮਿਟ ਕੀਤਾ ਥੀਸਿਸ, ਉਹਨੂੰ ਯੂਨੀਵਰਸਿਟੀ ਕਹੇ ਤੂੰ ਇਹਦੀ ਨਕਲ ਮਾਰੀ ਹੈ, ਇਹ ਹਰਦਿਆਲ ਦੀ ਤੂੰ ਨਕਲ ਮਾਰੀ ਹੈ। ਉਹ ਕਹਿੰਦਾ ਨਾ ਜੀ ਮੈਂ ਕੋਈ ਨਕਲ ਨਹੀਂ ਮਾਰੀ। ਕਹਿੰਦੇ ਵੀ ਹਰਦਿਆਲ ਨੂੰ ਕਹਿੰਦੇ ਕਾਕਾ ਸੱਚੋ ਸੱਚ ਦੱਸ, ਇਹ ਤੁਹਾਡਾ ਦੋਨਾਂ ਦਾ ਮਿਲਦਾ ਹੈ। ਕਹਿੰਦੇ ਸੱਚ ਪੁੱਛਦੇ ਹੋ ਜੀ? ਇਹ ਮੈਨੂੰ ਆਇਆ ਵੀ ਮੇਰੇ ਚੈੱਕ ਕਰ ਦੇ। ਮੈਂ ਚੱਲ ਤੂੰ ਮੈਨੂੰ ਸੁਣਾ ਦੇ, ਮੈਂ ਚੈੱਕ ਕਰਦਾ। ਇਹਨੇ ਮੈਨੂੰ ਸੁਣਾਇਆ, ਮੈਨੂੰ ਸਾਰੇ ਦਾ ਸਾਰਾ ਯਾਦ ਹੋ ਗਿਆ। ਮੈਂ ਫਿਰ ਰਾਤ ਲਿਖ ਕੇ ਇਹਦੇ ਤੋਂ ਪਹਿਲਾਂ ਤੁਹਾਡੇ ਅੱਗੇ ਸਬਮਿਟ ਕਰਤਾ। ਇੰਨੇ ਇੰਟੈਲੀਜੈਂਟ ਬੰਦੇ ਨੇ। ਮਿਹਨਤੀ ਬੰਦਾ ਠੀਕ ਹੈ, ਮਿਹਨਤ ਬੜੀ ਚੀਜ਼ ਹੁੰਦੀ ਹੈ। ਹਾਰਡ ਵਰਕ ਇਜ਼ ਕੀ ਟੂ ਸਕਸੈਸ ਹੈ, ਪਰ ਜਿਹਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਹੁੰਦਾ ਨਾ, ਮਿਹਨਤੀ ਬੰਦਾ ਉਹਦੇ ਬਰਾਬਰ ਨਹੀਂ ਪਹੁੰਚ ਸਕਦਾ। ਹਾਂ, ਨਾਲ ਦਿੱਤਾ ਦਿਮਾਗ, ਨਾਲ ਪਰਮਾਤਮਾ ਦਿੱਤੀ ਉਹ ਮਿਹਨਤ, ਫਿਰ ਜੋ ਮਰਜ਼ੀ ਕਰ ਲਓ। ਇਸ ਲਈ ਹੰਕਾਰ ਨਹੀਂ ਕਰਨਾ। ਇਹ ਤਾਂ ਪਰਮਾਤਮਾ ਜਿਹਨੂੰ ਦੇ ਦਿੰਦਾ ਉਹਦੀ ਕਿਰਪਾ ਹੋ ਜਾਏ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ। ਗੁਰੂ ਦੀ ਕਿਰਪਾ ਨਾਲ ਜਿਸ ਦਾ ਹੰਕਾਰ ਖਤਮ ਹੋ ਜਾਂਦਾ, ਸੋ ਜਨ ਨਾਨਕ ਦਰਗਾਹ ਪ੍ਰਵਾਨ। ਉਹ ਫਿਰ ਵਿਅਕਤੀ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਹੋ ਜਾਂਦਾ ਹੈ, ਕਿਉਂਕਿ ਹੰਕਾਰ ਹੀ ਤਾਂ ਮਿਟਾਉਣਾ ਹੈ। ਇਹ ਸਭ ਤੋਂ ਔਖਾ ਇਹੀ ਹੈ। ਦੇਖੋ ਕਾਮ, ਉਦੋਂ ਫਿਰ ਆਇਆ ਕ੍ਰੋਧ, ਉਦੋਂ ਅੱਗੇ ਮੋਹ, ਉਦੋਂ ਅੱਗੇ ਲੋਭ, ਉਦੋਂ ਅੱਗੇ ਹੰਕਾਰ। ਹੰਕਾਰ ਸਭ ਤੋਂ ਪਿੱਛੇ ਹੈ। ਇਹਦੇ ਵਿੱਚ ਸਭ ਤੋਂ ਔਖਾ ਇਸ ਨੂੰ ਮਿਟਾਉਣਾ। ਇਹਨੂੰ ਸਭ ਤੋਂ ਔਖਾ ਹੈ ਮਿਟਾਉਣਾ। ਇਸ ਲਈ ਉਹ ਡਿਗਰੀ ਵਾਈਜ਼ ਦਿੱਤੇ ਨੇ। ਕਾਮ ਹੈ, ਸ਼ਾਦੀ ਕਰਾ ਲਓ, ਠੀਕ ਕੰਟਰੋਲ ਹੋ ਜਾਏਗਾ। ਥੋੜ੍ਹੇ ਭਜਨ ਬੰਦਗੀ ਵਾਲੇ ਪਾਸੇ ਲੱਗ ਜਾਓ, ਥੋੜ੍ਹਾ ਹੋਰ ਲੱਗ ਜਾਓ, ਕ੍ਰੋਧ ਵੀ ਕਈ ਵਾਰੀ ਘਟ ਜਾਂਦਾ ਹੈ। ਪਾਠ ਕਰੀ ਚਲੋ, ਮੋਹ ਵੀ ਘਟ ਜਾਂਦਾ ਹੈ, ਲੋਭ ਵੀ ਘਟ ਜਾਂਦਾ ਹੈ। ਹੰਕਾਰ ਜਿਹੜਾ ਹੈ ਮਿਟਾਉਣਾ ਬਹੁਤ ਔਖਾ ਹੁੰਦਾ ਹੈ। ਇਹ ਤਾਂ ਗੁਰੂ ਦੀ ਹੋ ਜਾਏ ਕਿਰਪਾ, ਫਿਰ ਭਾਈ ਸਭ ਕੁਝ ਹੋ ਸਕਦਾ ਹੁੰਦਾ ਹੈ। ਕੋਟ ਕਰਮ ਕਰੈ ਹਉ ਧਾਰੇ। ਹਉ ਮੈਨੇ ਹੰਕਾਰ, ਹਉ ਮੈਂ ਜਿਹਨੂੰ ਕਹਿੰਦੇ ਨੇ। ਹਉ ਮੈਨੇ ਮੈਂ ਵੀ ਹੁੰਦਾ ਅਤੇ ਹਉ ਮੈਨੇ ਹਉਮੈ ਵੀ ਹੁੰਦਾ। ਬੰਦਾ ਜੇ ਹਉਮੈ ਰੱਖ ਕੇ ਕਰੋੜਾਂ ਚੰਗੇ ਕੰਮ ਕਰੇ, ਭਾਵੇਂ ਕਰੋੜਾਂ ਚੰਗੇ ਕੰਮ ਕਰ ਲੈ, ਪਰ ਜੋ ਹਉਮੈ ਕਰਦਾ ਨਾ, ਮੈਂ ਕੀਤਾ, ਆਮ ਬੰਦਾ ਕਹਿ ਦਿੰਦਾ ਇਹ ਮੈਂ ਕੀਤਾ। ਮੈਂ ਕਈ ਵਾਰੀ ਨਾ ਆਪ ਤਾਂ ਪੀਂਦਾ ਨਹੀਂ ਸੀ, ਪੀਣ ਵਾਲੇ 'ਚ ਕਈ ਵਾਰੀ ਬਹਿ ਜਾਂਦਾ ਸੀ। ਜੇ ਗਿਆਨ ਤਾਂ ਹੋਵੇ, ਕਿਉਂਕਿ ਨਾ ਇਹ ਘੁੱਟ ਪੀ ਕੇ ਫਿਰ ਸੱਚ ਬੋਲਦੇ ਨੇ। ਸ਼ਰਾਬੀ 'ਚ ਮੈਂ ਸਿਫਤ ਦੇਖੀ ਹੈ। ਜਿਹੜਾ ਹੁੰਦਾ ਵੈਸ਼ਨੂੰ, ਇਹ ਤਾਂ ਮੀਸਣਾ ਹੁੰਦਾ ਹੈ, ਇਹ ਤਾਂ ਭੇਤ ਦਿੰਦਾ ਹੀ ਨਹੀਂ ਹੈਗਾ ਛੇਤੀ। ਪੀਣ ਵਾਲੇ ਤੁਸੀਂ 2 ਪੈਗ ਪਿਲਾ ਦਿਓ, ਬਸ ਜੋ ਮਰਜ਼ੀ ਪੁੱਛ ਲੈਣਾ ਤੁਹਾਨੂੰ। ਉਹ ਫਿਰ ਪੀ ਕੇ ਜੋ ਗੱਲਾਂ ਕਰਦੇ ਸੀ,
ਇੱਕ ਪੈਗ ਪੀ ਕੇ ਉਹਨਾਂ ਨੂੰ ਗੱਲਾਂ ਆਉਂਦੀਆਂ ਸਰ। ਪਹਿਲਾਂ ਤਾਂ ਚੁੱਪ ਬੈਠੇ ਨੇ, ਗੱਲ ਹੀ ਕੋਈ ਨਹੀਂ ਆਉਂਦੀ। ਪੈਗ ਪੀਣਾ, ਫਿਰ ਥੋੜ੍ਹੀ ਥੋੜ੍ਹੀ ਗੱਲਾਂ ਆਉਣੀ ਸ਼ੁਰੂ। ਫਿਰ 2 ਪੈਗ ਪੀਣੇ ਨੇ, ਫਿਰ ਹਉਮੈ ਦੀਆਂ ਗੱਲਾਂ ਕਰਦੇ, ਮੈਂ ਆਹ ਕੀਤਾ, ਮੈਂ ਉਹ ਕੀਤਾ। ਫਿਰ 3 ਪੈਗ ਪੀ ਕੇ ਜਵਲੀਆਂ ਮਾਰਦੇ ਸਨ, ਅਤੇ 4 ਪੈਗ ਪੀ ਕੇ ਕੋਈ ਇੱਧਰ ਪਿਆ ਅਤੇ ਕੋਈ ਇੱਧਰ ਪਿਆ। ਸੋ 2 ਕੁ ਪੈਗਾਂ ਤੱਕ ਇਹ ਫਿਰ ਨਾ ਹਉਮੈ ਵਾਲੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ। ਮੈਂ ਦੇਖ, ਹੁਣ ਵੈਸ਼ਨੂੰ ਨੂੰ ਤਾਂ ਪਤਾ ਹੈ ਵੀ ਇਹ ਬੰਦਾ ਕਿੱਥੇ ਖੜ੍ਹਾ ਹੈ, ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਹੁੰਦੇ ਨੇ, ਪਤਾ ਹੀ ਹੁੰਦਾ। ਪਰ ਮੈਂ ਦੇਖਿਆ ਮਨੁੱਖ ਬੜੀ ਛੇਤੀ ਹਉਮੈ 'ਚ ਆ ਜਾਂਦਾ ਹੈ। ਕੋਟ ਕਰਮ ਕਰੇ, ਕੋਟ ਨਾ ਕਰੋੜਾਂ, ਭਾਵੇਂ ਕੋਈ ਕਰੋੜਾਂ ਚੰਗੇ ਕੰਮ ਕਰ ਲਏ, ਪਰ ਜੇ ਹਉਮੈ ਧਾਰਦਾ ਨਾ, ਹਉਮੈ ਕਰਦਾ ਨਾ, ਹਉਮੈ 'ਚ ਆ ਕੇ ਕਰਮ ਕਰਦਾ, ਸ਼ਰਮ ਪਾਵੈ ਸਗਲੇ ਬਿਰਥਾਰੇ। ਇਹਨਾਂ 2 ਸਪੈਲਿੰਗ ਗੁਰਬਾਣੀ 'ਚ ਆਉਂਦੇ ਨੇ ਸ਼ਰਮ ਦੇ। ਇੱਕ ਹੈ ਸੱਸਾ ਰਾਰਾ ਮੰਮਾ, ਇੱਕ ਹੈ ਸੱਸਾ ਰਾਰਾ ਮੰਮੇ ਨੂੰ ਔਂਕੜ, ਇੱਕ ਹੈ ਸੱਸੇ ਦੇ ਪੈਰ 'ਚ ਰਾਰਾ। ਹਿੰਦੀ ਦੇ ਵਿੱਚ ਇਸ ਨੂੰ ਬੋਲਦੇ ਨੇ ਸ਼ਰਮ। ਸੱਸੇ ਦੇ ਪੈਰ 'ਚ ਬਿੰਦੀ, ਉੱਤੇ ਟਿੱਪੀ ਲਾ ਕੇ ਬੋਲਦੇ ਸ਼ਰਮ। ਹਿੰਦੀ ਅਨੁਸਾਰ ਸ਼ਰਮ ਦਾ ਮਤਲਬ ਹੈ ਮਿਹਨਤ। ਜਦੋਂ ਗੁਰਬਾਣੀ 'ਚ ਇਹ ਸਪੈਲਿੰਗ ਆਉਂਦੇ ਨੇ ਪੈਰ 'ਚ ਰਾਰੇ ਵਾਲੇ, ਇਹਦਾ ਅਰਥ ਹੁੰਦਾ ਵਿਅਰਥ ਮਿਹਨਤ। ਮਿਹਨਤ ਕੀਤੀ ਪਰ ਫਲ ਕੋਈ ਨਹੀਂ ਲੱਗਾ, ਵਿਅਰਥ ਗਈ। ਇੱਕ ਬੱਚਾ ਫਰਜ਼ ਕਰੋ, ਉਹ 11 ਮਹੀਨੇ ਵਿਚਾਰਾ ਪੜ੍ਹਦਾ ਰਿਹਾ, ਬੜੀ ਮਿਹਨਤ ਕੀਤੀ, ਪੇਪਰਾਂ 'ਚ ਆ ਕੇ ਬਿਮਾਰ ਹੋ ਗਿਆ, ਫੇਲ ਹੋ ਗਿਆ, ਗਈ ਨਾ ਐਵੇਂ ਮਿਹਨਤ। ਮਿਹਨਤ ਐਵੇਂ ਹੀ ਗਈ, ਵਿਚਾਰੇ 11 ਮਹੀਨੇ ਲੱਗਾ ਰਿਹਾ, ਪੇਪਰਾਂ 'ਚ ਆ ਕੇ ਬਿਮਾਰ ਹੋ ਗਿਆ, ਪੇਪਰ ਚਾਹੀਦੇ ਹੋਏ ਨਹੀਂ, ਫੇਲ ਹੋ ਗਿਆ। ਉਹ ਜਿਹੜੀ ਮਿਹਨਤ ਸੀ ਉਹਦੀ, ਉਹ ਵਿਅਰਥ ਚਲੀ ਗਈ। ਜਦੋਂ ਇਸ ਤਰ੍ਹਾਂ ਦੇ ਸਪੈਲਿੰਗ ਹੋਣ ਗੁਰਬਾਣੀ 'ਚ, ਉਦੋਂ ਹੁੰਦਾ ਉਹ ਮਿਹਨਤ ਜਿਹੜੀ ਵਿਅਰਥ ਹੋਵੇ। ਕਰੋੜਾਂ ਕਰਮ ਕੀਤੇ ਵਿਚਾਰੇ ਨੇ, ਬੜੀ ਮਿਹਨਤ ਕੀਤੀ, ਸਗਲੇ ਬਿਰਥਾਰੇ, ਪਰ ਸਾਰੇ ਵਿਅਰਥ ਚਲੇ ਗਏ, ਕਿਉਂਕਿ ਹਉਮੈ ਕਰ ਲਈ। ਹੁਣ ਬੰਦਾ ਤੀਰਥ ਇਸ਼ਨਾਨਾ ਕਰਕੇ ਆਇਆ ਹੈ ਜੀ, ਮੰਨ ਲਓ ਇੱਕ ਬੰਦਾ ਜੀ 5 ਵਾਰ ਹੇਮਕੁੰਟ ਸਾਹਿਬ ਜਾਇਆ। ਉਹ ਮੈਨੂੰ ਕਹੇ ਬਾਬਾ ਜੀ ਤੁਸੀਂ ਹੇਮਕੁੰਟ ਸਾਹਿਬ ਵੇਖਿਆ? ਅਤੇ ਮੈਂ ਬਾਈ ਚਾਂਸ ਕਹਿਣਾ ਭਾਈ ਮੈਂ ਤਾਂ ਅਜੇ ਤੱਕ ਵੇਖਿਆ। ਅੱਛਾ ਅੱਛਾ, ਤੁਹਾਡੀ ਇੰਨੀ ਉਮਰ ਤੁਸੀਂ ਕਦੇ ਹੇਮਕੁੰਟ ਸਾਹਿਬ ਵੀ ਨਹੀਂ ਗਏ? ਮੈਂ ਤਾਂ ਜੀ 5 ਵਾਰੀ ਜਾ ਆਇਆ। ਇਹ ਤਾਂ ਮਤਲਬ ਹਉਮੈ ਹੋ ਗਈ ਹੈ ਵੀ ਬਾਬੇ ਇੱਕ ਵਾਰ ਵੀ ਨਹੀਂ ਗਏ, ਮੈਂ ਤਾਂ 5 ਵਾਰੀ ਹੈ। ਮੈਂ ਤਾਂ ਜੀ ਹਰ ਸਾਲ ਮੋਟਰ 'ਤੇ ਸਾਈਕਲ 'ਤੇ ਜਾਂਦਾ ਹਾਂ ਜੀ। ਬੰਦੇ ਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਜਦੋਂ ਮੈਂ ਗੱਲਾਂ ਕਰਦਾ ਇਹਦੇ ਅੰਦਰ ਹਉਮੈ ਹੈ। ਦੂਸਰੇ ਨੂੰ ਪਤਾ ਲੱਗ ਰਿਹਾ ਹੁੰਦਾ ਵੀ ਇਸ ਵੇਲੇ ਇਹ ਹਉਮੈ ਕਰ ਰਿਹਾ ਹੈ। ਹਉਮੈ 'ਚ ਆ ਕੇ ਗੁਰਬਾਣੀ ਦੇ ਜੋ ਵੀ ਅਸੀਂ ਕਰਮ ਕਰਦੇ ਹੋ ਵਿਅਰਥ ਚਲੇ ਜਾਂਦੇ ਨੇ। ਬਿਰਥਾਰੇ, ਬਿਰਥਾ, ਵਿਅਰਥ। ਉਹ ਨਾਲੇ ਸਾਰੇ ਕੰਮ ਉਹਦੇ ਵਿਅਰਥ ਚਲੇ ਜਾਂਦੇ ਨੇ, ਅਤੇ ਉਹ ਜਿਹੜਾ ਉਹਨੇ ਮਿਹਨਤ ਕੀਤੀ ਸੀ ਉਹ ਵੀ ਵਿਅਰਥ ਚਲੇਗੀ, ਫਾਇਦਾ ਹੀ ਕੋਈ ਨਾ ਹੋਇਆ ਉਸਦਾ। ਅਨੇਕ ਤਪੱਸਿਆ ਕਰੇ ਅਹੰਕਾਰ, ਬੜੀ ਤਪੱਸਿਆ ਕਰਦਾ ਹੈ, ਕਈ ਤਰੀਕਿਆਂ ਨਾਲ ਕਰਦਾ ਹੈ। ਕੋਈ ਇੱਕ ਲੱਤ 'ਤੇ ਖੜ੍ਹਾ, ਕੋਈ ਇੱਕ ਲੱਤ 'ਤੇ ਖੜ੍ਹਾ, ਕਿਸੇ ਨੇ ਬਾਹਾਂ ਉੱਪਰ ਨੂੰ ਕੀਤੀਆਂ ਹੋਈਆਂ ਨੇ, ਬੈਠਾ ਜੀ। ਕੋਈ ਜੇ ਪੁੱਠਾ ਲਟਕ ਰਿਹਾ ਹੈ, ਕੋਈ ਭੁੱਖਾ ਪਿਆਸਾ ਬੈਠਾ ਹੈ, ਕੋਈ 100 ਘੜਾ ਠੰਡੇ ਪਾਣੀ ਦਾ ਸਿਰ 'ਚ ਪਾ ਰਿਹਾ ਜਲਤਾ ਰੱਖਦਾ। ਕਿਸੇ ਨੇ, ਮੈਂ ਦੇਖਿਆ ਸਾਡੇ ਪਿੰਡ ਇੱਕ ਸਾਧ ਆ ਗਿਆ, ਉਹਨੇ ਪਾਥੀਆਂ ਇਕੱਠੀਆਂ ਕਰ ਲਈਆਂ ਪਿੰਡ 'ਚੋਂ। ਉਹ ਜਿਵੇਂ ਗੋਲਦਾਰਾ ਲਾ ਲਿਆ ਪਾਥੀਆਂ ਦਾ, ਉਹਨਾਂ ਪਾਥੀਆਂ ਨੂੰ ਅੱਗ ਲਾ ਕੇ ਵਿੱਚ ਬੈਠ ਗਿਆ ਵੀ ਉਹ ਲੋਕ ਕਹਿਣ ਵੀ ਸਾਧ ਨੂੰ ਕਿੰਨੀ ਗਰਮੀ 'ਚ ਬੈਠਾ ਹੈ। ਵਿਖਾਵਾ ਹੈ, ਇਹ ਤਪੱਸਿਆ ਹੈ। ਇਸ ਲਈ ਸਿੱਖ ਧਰਮ 'ਚ ਤਪੱਸਿਆ ਬੰਦ ਹੈ। ਸਿੱਖ ਧਰਮ 'ਚ ਪ੍ਰੇਮਾ ਭਗਤੀ। ਪਹਿਲਾਂ ਹਿੰਦੁਸਤਾਨ ਦੇ ਲੋਕ ਤਪੱਸਿਆ ਹੀ ਕਰਦੇ ਸਨ, ਵਿਚਾਰੇ ਘਰ-ਬਾਰ ਛੱਡ ਜਾਂਦੇ ਸਨ, ਜੰਗਲਾਂ 'ਚ ਚਲੇ ਜਾਂਦੇ ਸਨ, ਭੁੱਖੇ ਪਿਆਸੇ ਰਹਿਣਾ, ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ, ਇੱਕ ਲੰਗੋਟੀ ਜੀ ਪਾ ਕੇ ਸਾਰੀ ਉਮਰ ਲੰਘਾ ਦੇਣੀ, ਅਤੇ ਬਹੁਤ ਔਖੇ ਕਰਦੇ ਸਨ ਭਜਨ ਬੰਦਗੀ। ਫਿਰ ਵੀ ਕਈ ਵਾਰੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਸੀ ਹੁੰਦੀ। ਜਦੋਂ 16ਵੀਂ ਸਦੀ 15ਵੀਂ ਸਦੀ ਭਗਤ ਆਏ ਹਿੰਦੁਸਤਾਨ 'ਚ, ਇੱਧਰੋਂ ਗੁਰੂ ਮਹਾਰਾਜ ਆ ਗਏ, ਇਹਨਾਂ ਨੇ ਬਹੁਤ ਸੌਖਾ ਕਰਤਾ। ਕਹਿੰਦੇ ਕੋਈ ਤਪੱਸਿਆ ਕਰਨ ਦੀ ਲੋੜ ਨਹੀਂ,
ਇਸ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਤੁਸੀਂ ਪ੍ਰੇਮਾ ਭਗਤੀ ਕਰੋ, ਰੱਬ ਨੂੰ ਪਿਆਰ ਕਰੋ, ਉਹਦਾ ਨਾਮ ਜਪੋ, ਉਸ ਨੂੰ ਪਿਆਰ ਕਰੋ। ਤੁਸੀਂ ਜਿੱਥੇ ਵੀ ਹੋ, ਪਰਿਵਾਰ ਵਾਲੇ ਹੋ, ਤੁਸੀਂ ਉੱਥੇ ਹੀ ਪਰਮਾਤਮਾ ਨੂੰ ਯਾਦ ਕਰਦੇ ਹੋ। ਜ਼ਰੂਰੀ ਨਹੀਂ ਜੰਗਲਾਂ 'ਚ ਹੀ ਜਾ ਕੇ ਉਸ ਨੂੰ ਯਾਦ ਕਰਨਾ। ਜੀਵਨ ਬਹੁਤ ਸੌਖਾ ਕਰਤਾ, ਲੋਕਾਂ ਨੂੰ ਭਜਨ ਬੰਦਗੀ ਕਰਨ ਵਾਲੇ ਸੁੱਖ ਦਾ ਸਾਹ ਆ ਗਿਆ। ਇਸ ਲਈ ਕਈ ਵਾਰੀ ਬੰਦਾ ਬੜੀ ਤਪੱਸਿਆ ਕਰਦਾ, ਕਈ ਤਰੀਕਿਆਂ ਨਾਲ ਕਰਦਾ। ਅਣਖ ਤਪੱਸਿਆ ਕਰੇ ਅਹੰਕਾਰ, ਪਰ ਅਹੰਕਾਰ ਕਰਦਾ ਉਹ ਮੈਂ ਜੀ 100 ਘੜਾ ਠੰਡੇ ਪਾਣੀ ਦਾ ਸਰਦੀਆਂ ਸਿਰ 'ਤੇ ਪਾਉਣਾ, ਉਹ ਜੀ ਮੈਂ ਇੰਨੀ ਗਰਮੀ ਦੇ ਵਿੱਚ ਅੱਗ ਦੇ ਵਿੱਚ ਬੈਠਾ ਰਹਿਣਾ। ਕੋਈ ਕਹਿੰਦਾ ਮੈਂ ਜੀ ਪੁੱਠਾ ਲੜਕਦਾ ਇੰਨੇ ਘੰਟੇ ਰੋਜ਼, ਕੋਈ ਕਹਿੰਦਾ ਮੈਂ ਇੰਨੇ ਸਾਲੇ ਇੱਕ ਲੱਤ 'ਤੇ ਖਲੋਤਾ ਰਿਹਾ ਜੀ, ਕੋਈ ਕਹਿੰਦਾ ਉੱਪਰਲੀਆਂ ਬਾਹਾਂ ਖੱਪਰ ਨੂੰ ਬਾਹਾਂ ਕਰਕੇ ਬੈਠਾ ਰਿਹਾ ਜੀ। ਹੰਕਾਰ ਕਰਦਾ। ਤਪੱਸਿਆ ਤਾਂ ਕੀਤੀ, ਸਰੀਰ ਨੂੰ ਕਸ਼ਟ ਵੀ ਬਹੁਤ ਦਿੱਤੇ, ਥੋੜ੍ਹਾ ਖਾਧਾ, ਥੋੜ੍ਹੇ ਸੁੱਤੇ, ਬੜਾ ਕਸ਼ਟ ਦਿੱਤਾ, ਪਰ ਹੰਕਾਰ ਕਰ ਲਿਆ। ਉਹ ਐਵੇਂ ਹੀ ਚਲਿਆ ਗਿਆ। ਉਹ ਤੁਸੀਂ ਕਿ ਐਵੇਂ ਕਿਉਂ ਚਲੇ ਗਿਆ? ਪਰਮਾਤਮਾ ਹੱਸਦਾ। ਉਹ ਕਹਿੰਦੇ ਜਿਹੜਾ ਤਪੱਸਿਆ ਦਾ ਤੂੰ ਤਪੱਸਿਆ ਕਰ ਨੂੰ, ਇਹ ਜਿਹੜੀ ਤਪੱਸਿਆ ਨਾ, ਇਹ ਤਾਂ ਮੈਂ ਹੀ ਤੈਨੂੰ ਇਸ ਪਾਸੇ ਲਾਇਆ ਸੀ। ਲੱਗ ਤੂੰ ਇਸ ਪਾਸੇ, ਪਰ ਤੂੰ ਭੁੱਲ ਗਿਆ ਕਿ ਤੈਨੂੰ ਲਾਇਆ ਕਿੰਨੇ ਸੀ, ਅਤੇ ਤੂੰ ਆਪਣੇ ਆਪ 'ਤੇ ਹਉਮੈ ਕਰਨ ਲੱਗ ਪਿਆ ਹਾਂ। ਇਸ ਲਈ ਪਰਮਾਤਮਾ, ਜਦੋਂ ਅਸੀਂ ਹਉਮੈ ਕਰਦੇ ਨਾ, ਅਸੀਂ ਪਰਮਾਤਮਾ ਦੇ ਸ਼ਰੀਕ ਬਣਦੇ ਹਾਂ। ਅਸੀਂ ਉਹਦੇ ਸ਼ਰੀਕ ਬਣਦੇ ਹਾਂ। ਉਹ ਕਹਿੰਦਾ ਭਲਿਆ ਮਾਨਸਾ, ਜੋ ਕੁਛ ਤੂੰ ਕਰ ਰਿਹਾ, ਅਤੇ ਮੈਂ ਤੈਨੂੰ ਲਾਇਆ। ਕਹਿੰਦੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨ। ਇਹ ਤਾਂ ਉਹ ਲਾ ਰਿਹਾ ਹੈ। ਜਿਸ ਜਿਸ ਪਾਸੇ ਉਹ ਲਾਉਂਦਾ ਜੀਵ, ਉਸੇ ਪਾਸੇ ਲੱਗ ਜਾਂਦਾ ਹੈ। ਇਸ ਲਈ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ। ਨਰਕ ਸੁਰਗ ਫਿਰ ਅਵਤਾਰ, ਫਿਰ ਦਾ ਵਾਰੀ ਅਵਤਾਰ ਦਾ ਜਨਮ ਲੈਣਾ। ਫਿਰ ਕਦੇ ਨਰਕਾਂ 'ਚ ਜਾ ਕੇ ਜਨਮ ਲੈਂਦਾ, ਕਦੇ ਸਵਰਗਾਂ 'ਚ ਜਾਂਦਾ, ਵਾਰੀ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਕਿਉਂ? ਤਪੱਸਿਆ ਕਰਕੇ ਹੰਕਾਰ ਕਰ ਲਿਆ। ਅਨੇਕ ਯਤਨ ਕਰ ਆਤਮ ਨਹੀਂ ਦਰਵੈ। ਕਈ ਬੰਦੇ ਨਾ ਬੜੇ ਜਿਹੜੇ ਨੇ ਨਿਰਦਈ ਹੁੰਦੇ ਨੇ, ਕਠੋਰ ਚਿੱਤ ਹੁੰਦੇ ਨੇ। ਉਹਨਾਂ ਅੱਗੇ ਤਰਲੇ ਕੱਢੀ ਜਾਓ, ਉਹਨਾਂ ਅੱਗੇ ਰੋਈ ਜਾਓ, ਉਹਨਾਂ ਅੱਗੇ ਲਿੜਕੀਆਂ ਲਈ ਜਾਓ, ਉਹਨਾਂ ਨੂੰ ਕੋਈ ਤਰਸ ਹੀ ਨਹੀਂ ਆਉਂਦਾ। ਹੁਣ ਦਾ ਮਨ ਦਰਵਦਾ ਹੀ ਨਹੀਂ ਹੈ, ਨਰਮ ਨਹੀਂ ਹੁੰਦਾ। ਅਨੇਕ ਯਤਨ ਕਰ ਆਤਮ ਨਹੀਂ ਦਰਵੈ। ਅਨੇਕਾਂ ਯਤਨ ਕਰਕੇ ਜੇ ਮਨ ਦਰਵੇ ਨਹੀਂ, ਮਨ ਨਰਮ ਹੀ ਨਹੀਂ ਹੋਇਆ, ਮਨ ਦੇ ਵਿੱਚ ਤਰਸ ਹੀ ਪੈਦਾ ਨਹੀਂ ਹੋਇਆ ਹੈ। ਫਿਰ ਕਹਿੰਦੇ ਹਰ ਦਰਗਾਹ ਕੋ ਕੈਸੇ ਗਵੈ, ਗਵੈ ਤਾਂ ਜਾਣ। ਉਹ ਫਿਰ ਪਰਮਾਤਮਾ ਦੀ ਦਰਗਾਹ ਜਾਏਗਾ ਕਿਵੇਂ? ਕਠੋਰ ਚਿੱਤ ਨੂੰ ਤੁਸੀਂ ਵੜਨ ਹੀ ਨਹੀਂ ਦਿੰਦੇ। ਵੀ ਤੂੰ ਤਰਸ ਹੀ ਨਹੀਂ ਕਿਸੇ 'ਤੇ ਕੀਤਾ, ਤੂੰ ਲੋੜਵੰਦ ਕਿਸੇ ਦੀ ਸਹਾਇਤਾ ਹੀ ਨਹੀਂ ਕੀਤੀ ਹੈਗੀ, ਤੂੰ ਕਹਦਾ ਬੰਦਾ। ਸਿੱਖ ਨੂੰ ਹੁਣ 3 ਸਿਧਾਂਤ ਗੁਰੂ ਨਾਨਕ ਜਿਹੜੇ ਦਿੱਤੇ ਸਨ, ਬੜੇ ਜ਼ਬਰਦਸਤ ਨੇ। ਕਿਰਤ ਕਰੋ। ਉਹਨਾਂ ਨੂੰ ਪਤਾ ਸੀ ਕਿ ਮੇਰਾ ਸਿੱਖ ਮੰਗਤਾ ਨਹੀਂ ਹੋਵੇਗਾ, ਕਿਉਂਕਿ ਹਿੰਦੁਸਤਾਨ ਉਸ ਵੇਲੇ ਕਰੋੜਾਂ ਹੀ ਮੰਗਤੇ ਸਨ। ਠੀਕ ਹੈ, ਪਹਿਰਾਵਾ ਕਿਸੇ ਨੇ ਜੋਗੀਆਂ ਵਾਲਾ ਪਾ ਲਿਆ, ਕਿਸੇ ਨੇ ਸਾਧੂਆਂ ਵਾਲਾ ਪਾ ਲਿਆ, ਠੂਠਾ ਪੜ੍ਹ ਕੇ ਅਲੱਖ ਨਿਰੰਜਨ ਫਲਾਣਾ ਨਿਰੰਜਨ ਆ ਕੇ ਮੰਗੀ ਜਾਣਾ। ਗੁਰੂ ਨਾਨਕ ਜੀ ਕਹਿੰਦੇ ਸੀ ਮੇਰਾ ਸਿੱਖ ਮੰਗਤਾ ਨਹੀਂ ਚਾਹੀਦਾ। ਮੰਗਤਾ ਦੂਜੇ 'ਤੇ ਨਿਰਭਰ ਹੁੰਦਾ, ਅਤੇ ਜਿਹੜਾ ਦੂਜੇ 'ਤੇ ਨਿਰਭਰ ਹੋਵੇ ਉਹ ਤਾਂ ਫਿਰ ਕੀ ਹੈ? ਉਹ ਤਾਂ ਕਦਾ ਜੀਵਨ ਹੁੰਦਾ, ਤਾਂ ਗੁਲਾਮ ਹੈ। ਮੈਂ ਦੇਖਿਆ ਜਿੰਨਾ ਚਿਰ ਸਰੀਰ ਚੱਲਦਾ ਹੈ, ਆ ਜਵਾਕ ਜੱਲੇ ਸਾਰੇ ਮਾਂ ਬਾਪ ਦਾ ਆਦਰ ਮਾਣ ਸਤਿਕਾਰ ਕਰਦੇ ਨੇ। ਜਿੱਦੇ ਮਾਂ ਜਾਂ ਬਾਪ ਮੰਜੇ 'ਤੇ ਪੈ ਜੇ ਨਾ, ਅਤੇ ਫਿਰ ਮੇਰੇ ਕੋਲ ਕਈ ਆਉਂਦੇ ਨੇ, ਬਾਬਾ ਜੀ ਇਹਦੀ ਜਾਨ ਕਦੋਂ ਨਿਕਲੇਗੀ? ਮੈਂ ਜਿੰਨੇ ਦਿਨ ਪਰਮਾਤਮਾ ਲਿਖੇ ਉਹਨੇ ਦਿਨ ਭੋਗਣੇ ਪੈਣੇ, ਸੇਵਾ ਕਰ ਲਓ ਜੇ ਕਰ ਹੁੰਦੀ ਹੈ। ਅਸੀਂ ਬੜੇ ਔਖੇ ਹੋ ਗਏ ਜੀ। ਕਿਉਂ? ਉਹ ਵਿਚਾਰਾ ਨਿਰਭਰ ਹੋ ਗਿਆ, ਉਹ ਆਪਣੇ ਬਾਲ ਬੱਚਿਆਂ 'ਤੇ ਨਿਰਭਰ ਹੋ ਗਿਆ। ਹੁਣ ਉਹਨਾਂ ਦੀ ਮਰਜ਼ੀ, ਉਹਨੂੰ ਰੋਟੀ ਦੇਣ ਨਾ ਦੇਣ, ਵੇਲੇ ਸਿਰ ਦੇਣ ਕਵੇਲੇ ਦੇਣ, ਉਹ ਕੁਛ ਨਹੀਂ ਕਰ ਸਕਦਾ। ਉਹ ਕੁਛ ਨਹੀਂ ਕਰ ਸਕਦਾ। ਬੰਦੇ ਦੀ ਕੀਮਤ ਓਨਾ ਚਿਰ ਹੀ ਹੈ। ਮੇਰੀ ਗੱਲ ਧਿਆਨ ਨਾਲ ਸਾਧ ਸੰਗੀ ਸੁਣ ਲਓ। ਤੁਹਾਡੀ ਕੀਮਤ ਓਨਾ ਚਿਰ ਹੀ ਹੈ
ਜਿੰਨਾ ਚਿਰ ਤੁਸੀਂ ਕਿਸੇ ਲਈ ਲਾਭਦਾਇਕ ਹੋ, ਕਿਸੇ ਇੱਕ ਲਈ ਵੀ ਤੁਸੀਂ ਲਾਭਦਾਇਕ ਹੋ, ਚਾਹੇ ਆਰਥਿਕ ਤੌਰ 'ਤੇ। ਮੰਨ ਲਓ ਤੁਹਾਡਾ ਸਰੀਰ ਕੰਮ ਨਹੀਂ ਕਰ ਰਿਹਾ, ਪਰ ਤੁਹਾਨੂੰ ਪੈਨਸ਼ਨ 40-50 ਹਜ਼ਾਰ ਰੁਪਏ ਮਹੀਨੇ, ਕੋਈ ਨਾ ਕੋਈ ਤੁਹਾਨੂੰ ਰੱਖ ਲੇਗਾ। ਚਲੋ ਬੁੜੇ ਦੇ ਪੈਸੇ ਹੁੰਦੇ ਨੇ, ਰੱਖ ਲਓ ਇਸ ਨੂੰ, ਕਰ ਲਓ ਸੇਵਾ, ਇਹਦੇ ਪੈਸੇ 'ਤੇ ਜੇ ਢਿੱਲਾ ਮੱਠਾ ਹੋ ਕੇ ਪੈਸੇ ਇਹਦੇ ਹੀ ਲਾ ਦਾਂਗੇ। ਤਾਂ ਜੇ ਤੁਹਾਡੀ ਆਮਦਨ ਵੀ ਕੋਈ ਨਹੀਂ ਅਤੇ ਤੁਸੀਂ ਕੋਈ ਕੰਮ ਵੀ ਨਹੀਂ ਕਰ ਸਕਦੇ, ਤਾਂ ਜ਼ਿੰਦਗੀ ਜਿਹੜੀ ਬੜੀ ਕ੍ਰਿਟੀਕਲ ਹੋ ਜਾਂਦੀ ਹੈ। ਮੈਂ ਦੇਖਿਆ ਕਈਆਂ ਦੀ ਬਹੁਤ ਹਾਲਤ ਮਾੜੀ ਹੁੰਦੀ ਹੈ, ਬੱਚੇ ਸਾਂਭਦੇ ਨਹੀਂ। ਦੋ ਪੁੱਤਰ ਹੁੰਦੇ ਨੇ, ਉਹ ਕਹਿੰਦੇ ਤੂੰ ਰੱਖ ਲੈ, ਦੂਜੇ ਕਹਿੰਦੇ ਤੂੰ ਰੱਖ ਲੈ। ਕੋਈ ਆਪਣੇ ਮਾਂ ਬਾਪ ਨੂੰ ਰੱਖਣ ਨੂੰ ਤਿਆਰ ਨਹੀਂ ਹੈਗਾ। ਜਿਹੜਾ ਚਲਾਕ ਪੁੱਤਰ ਹੁੰਦਾ ਉਹ ਕੀ ਦੇਖਦਾ ਵੀ ਮਾਂ ਪਿਓ ਦੇ ਵਿੱਚੋਂ ਅਜੇ ਕਿਹੜਾ ਕੰਮ ਕਰ ਸਕਦਾ ਥੋੜ੍ਹਾ ਬਹੁਤਾ। ਜੇ ਮਾਂ ਕਰ ਸਕਦੀ ਹੈ ਨਾ ਬਾਪੂ ਨਾਲੋਂ ਵੱਧ, ਉਹ ਕਹੂਗਾ ਅੱਛਾ ਮਾਂ ਮੈਨੂੰ ਦੇ ਦੇ, ਆ ਬਾਪ ਤੂੰ ਰੱਖ ਲੈ। ਇਹ ਤਾਂ ਆਪ ਦੇ ਰੋਜ਼ ਵੇਖਦੇ ਹੋ, ਮੈਂ ਵੀ ਦੇਖਿਆ ਬੜਾ ਕੁਛ। ਮੈਂ ਦੇਖਿਆ ਇਹ ਬੰਦੇ ਦੀ ਕੀਮਤ ਓਨਾ ਚਿਰ ਹੈ ਜਿੰਨਾ ਚਿਰ ਕਿਸੇ ਲਈ ਲਾਭਦਾਇਕ ਹੈ, ਚਾਹੇ ਆਰਥਿਕ ਤੌਰ 'ਤੇ ਚਾਹੇ ਸਰੀਰਕ ਤੌਰ 'ਤੇ। ਇਸ ਲਈ ਨਹੀਂ ਤਾਂ ਉਸ ਤੋਂ ਬਾਅਦ ਫਿਰ ਬਹੁਤ ਮਾੜਾ ਹਾਲ ਹੋ ਜਾਂਦਾ ਹੈ। ਸੋ ਕਈਆਂ ਦੇ ਕਿੰਨੇ ਹੀ ਯਤਨ ਕਰ ਲਓ। ਇੱਕ ਦਿਨ ਅਖਬਾਰ 'ਚ ਵੀ ਆਇਆ ਸੀ, 2 ਜਿਹੜੇ IAS ਅਫਸਰ ਨੇ ਬਾਪ ਦੇ, ਐਡੇ ਵੱਡੇ ਅਫਸਰ ਨੇ, ਆਪ ਉਹ ਮੰਗ ਰਿਹਾ ਨਾ, ਰਿਕਸ਼ਾ ਚਲਾ ਰਿਹਾ, ਆਪ ਰਿਕਸ਼ਾ ਚਲਾ ਰਿਹਾ, ਕੋਈ ਪੁੱਤਰ ਰੱਖਣ ਨੂੰ ਤਿਆਰ ਹੀ ਨਹੀਂ ਹੈਗਾ। ਕੋਈ ਐਡੇ ਵੱਡੇ ਅਫਸਰ ਨੇ ਵੀ ਤੁਸੀਂ ਕੋਈ ਆਪ ਸੇਵਾ ਕਰਨੀ। ਤੁਹਾਨੂੰ ਬੜੇ ਸੇਵਾਦਾਰ ਅੱਗੇ ਮਿਲੇ ਨੇ, ਇੱਕ ਅੱਧਾ ਸੇਵਾਦਾਰ ਇਹਨਾਂ 'ਤੇ ਲਾ ਦਿਓ, ਰੋਟੀ ਪਾਣੀ ਦੇਣੀ ਹੁੰਦੀ ਹੈ, ਬਜ਼ੁਰਗਾਂ ਕਿੰਨੀ ਕੁ ਖਾਣੀ ਹੁੰਦੀ ਹੈ ਨਾ। ਉਹ ਵਿਚਾਰਾ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਇਸ ਲਈ ਕਈਆਂ ਨੂੰ ਤਰਸ ਹੀ ਨਹੀਂ ਹੁੰਦਾ। ਅਨੇਕ ਯਤਨ ਕਰ ਆਤਮ ਨਹੀਂ ਦ੍ਰਵੈ, ਇੱਥੇ ਆਤਮ ਤੋਂ ਭਾਵ ਮਨ। ਕਈਆਂ ਬੜਾ ਯਤਨ ਕਰਨ ਦੇ ਬਾਅਦ ਮਨ ਨਰਮ ਨਹੀਂ ਹੁੰਦਾ, ਕੋਈ ਅੰਦਰ ਤਰਸ ਭਾਵਨਾ ਨਹੀਂ ਹੁੰਦੀ। ਹਰ ਦਰਗਾਹ ਕੋ ਕੈਸੇ ਗਵੇ, ਦੱਸੋ ਇਹੋ ਜਿਹਾ ਬੰਦਾ ਪਰਮਾਤਮਾ ਦੀ ਦਰਗਾਹ 'ਚ ਕਿਵੇਂ ਜਾਵੇਗਾ। ਹੁਣ ਤਾਂ ਉੱਥੇ ਵੜਨ ਹੀ ਨਹੀਂ ਦੇਣਾ। ਆਪਸ ਕੋ ਜੋ ਭਲਾ ਕਹਾਵੇ, ਜਿਹੜਾ ਆਪਣੇ ਆਪ ਕੇ ਮੈਂ ਬੜਾ ਭਲਾ ਬੰਦਾ, ਮੈਂ ਬੜਾ ਭਲਾ ਬੰਦਾ। ਕਈ ਵਾਰ ਆਪਾਂ ਭਲਾਈ ਦੇ ਕੰਮ ਕਰਦੇ। ਹੁਣ ਤਾਂ ਕੋਈ ਰਿਵਾਜ਼ ਹਟ ਗਿਆ, ਨਹੀਂ ਤਾਂ ਮੇਰੇ ਵਰਗਾ ਪੱਖਾ ਦਾਨ ਦਿੰਦਾ ਸੀ ਗੁਰਦੁਆਰੇ ਨੂੰ, ਹੁਣ ਦਾਨ ਕਹਿੰਦੇ। ਅਸੀਂ ਕੌਣ ਗੁਰੂ ਨੂੰ ਦਾਨ ਦੇਣ ਵਾਲੇ? ਅਸੀਂ ਤਾਂ ਭੇਟਾ ਕਰ ਸਕਦੇ। ਇਹ ਨਹੀਂ ਕਹਿੰਦਾ ਮੈਂ ਗੁਰਦੁਆਰੇ ਨੂੰ ਦਾਨ ਦਿੱਤਾ। ਦਾਨ ਤਾਂ ਮੰਗਤਿਆਂ ਨੂੰ ਦੇਈਦਾ, ਗੁਰੂ ਮੰਗਤਾ ਨਹੀਂ ਹੁੰਦਾ, ਉਹ ਤਾਂ ਦਾਨੀ ਹੁੰਦਾ। ਅਤੇ ਦਾਨੀ ਨੂੰ ਅਸੀਂ ਕੀ ਦਾਨ ਦੇ ਸਕਦੇ? ਭੇਟਾ ਕਰਦੇ ਅਸੀਂ। ਪੱਖਾ ਦਿੱਤਾ 400 ਦਾ, ਜੈਮਲ ਸਿੰਘ ਭਿੰਡਰ ਲਿਖ ਦਿਓ, ਪਹਿਲਾਂ ਤਾਂ ਆਪ ਹੀ ਲਿਖਾ ਲਏ ਖੰਭ 'ਤੇ, 3 ਫਰ ਹੁੰਦੇ ਨੇ, ਉਸ 'ਤੇ ਲਿਖਾ ਲੈਂਦੇ ਵੀ ਆਹ ਲੋਕ ਕਹਿੰਦੇ ਅੱਛਾ ਇਹ ਜੈਮਲ ਸਿੰਘ ਭਿੰਡਰ ਨੇ ਪੱਖਾ ਦਿੱਤਾ। ਕੰਮ ਤਾਂ ਭਲੇ ਦਾ ਕੀਤਾ ਵੀ ਚਲੋ ਸੰਗਤ ਨੂੰ ਹਵਾ ਲੱਗੇਗੀ। ਕਿਸੇ ਨੇ AC ਦਾਨ ਕਰਤਾ ਅਤੇ AC ਦੇ ਉੱਤੇ ਲਿਖਵਾ ਜਾਵੇ। ਕਿਸੇ ਨੇ ਜਿਹੜਾ ਹੈ ਉਹ ਕੋਈ ਉਂਝ ਦਾਨ ਕਰਤਾ, ਉਹਦਾ ਪੱਥਰ ਲਾ ਦਿੰਦੇ ਨੇ, ਉਹਦਾ ਪੱਥਰ ਲਾ ਦਿੰਦੇ ਕੰਧ 'ਤੇ, ਫਲਾਣੇ ਨੇ ਜਿਹੜੇ ਕਮਰਾ ਬਣਵਾਇਆ ਜੀ। ਸੋ ਗੁਰੂ ਮਹਾਰਾਜ ਕਿ ਆਪਸ ਕੋ ਜੋ ਭਲਾ ਕਹਾਵੇ, ਜਿਹੜਾ ਕੋਈ ਭਲਾ ਕੰਮ ਕਰਕੇ ਆਪਣੇ ਆਪ ਨੂੰ ਭਲਾ ਕਹਿਲਾਉਂਦਾ ਨਾ, ਤਿਸੈ ਭਲਾਈ ਨਿਕਟ ਆਵੇ। ਭਲਾਈ ਤਾਂ ਉਹਦੇ ਨੇੜੇ ਵੀ ਨਹੀਂ ਆਉਂਦੀ। ਉਹ ਤਾਂ ਲੋਕ ਵਿਖਾਵੇ ਲਈ ਭਲਾ ਕੰਮ ਕੀਤਾ ਵੀ ਲੋਕ ਕਹਿਣ ਬੱਲੇ ਬੱਲੇ ਵੇ ਬੜਾ ਭਲਾ ਬੰਦਾ, ਬੜਾ ਦਾਨੀ ਬੰਦਾ ਹੈ। ਸਰਬ ਕੀ ਰੇਨ ਜਾ ਕਾ ਮਨ ਹੋਏ। ਰੇਨ ਹਿੰਦੀ ਦਾ ਸ਼ਬਦ ਹੈ ਰੇਣੂ, ਚਰਨ ਧੂੜ। ਚਰਨ ਧੂੜ ਨੂੰ ਹਿੰਦੀ 'ਚ ਕਹਿੰਦੇ ਰੇਣੂ, ਰੇਨ ਉਸ ਤੋਂ ਬਣਾਇਆ ਹੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਜਿਸ ਦਾ ਮਨ ਸਾਰਿਆਂ ਦੀ ਚਰਨ ਧੂੜ ਹੋ ਜਾਏ, ਭਾਵ ਅਤੀ ਨਿਰਮਾਣਤਾ ਆ ਜਾਏ। ਉਂਝ ਚਰਨ ਧੂੜ 'ਚ ਵੀ ਆਪਣੀ ਇੱਕ ਤਾਕਤ ਹੁੰਦੀ ਹੈ। ਐਵੇਂ ਨਹੀਂ ਲੋਕ ਸਾਧੂਆਂ ਗੁਰੂਆਂ ਦੇ ਚਰਨਾਂ 'ਤੇ ਮੱਥੇ ਟੇਕਦੇ, ਹੱਥ ਲਾਉਂਦੇ। ਹਾਲਾਂਕਿ ਕਹਿੰਦੇ ਸਾਧੂਆਂ ਦੇ ਚਰਨਾਂ 'ਤੇ ਹੱਥ ਲਾਓ। ਅਸਲ ਉਹ ਬੰਦੇ ਦੇ ਪੈਰ ਨਹੀਂ ਹੁੰਦੇ। ਬੰਦੇ ਨੂੰ ਕੌਣ ਮੱਥੇ ਟੇਕਦਾ? ਬੰਦੇ ਨੂੰ ਕੋਈ ਨਹੀਂ ਮੱਥਾ ਟੇਕਦਾ। ਸਾਧੂਆਂ ਦੇ ਅੰਦਰ ਨਾਮ ਹੁੰਦਾ, ਸਾਧੂਆਂ ਦੇ ਅੰਦਰ ਬਾਣੀ ਹੁੰਦੀ ਹੈ। ਨਾਮ ਬਾਣੀ ਕਰਕੇ ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ।
ਨਾਮ ਬਾਣੀ ਪਹਿਲਾਂ ਸਾਡੇ ਮਨ ਨੂੰ ਪਵਿੱਤਰ ਕਰਦੀ ਹੈ। ਜਦੋਂ ਕਿਸੇ ਦਾ ਮਨ ਪਵਿੱਤਰ ਹੋ ਜਾਏ, ਉਹਦਾ ਸਰੀਰ ਆਪਣੇ ਆਪ ਹੀ ਸਾਰਾ ਪਵਿੱਤਰ ਹੋ ਜਾਂਦਾ, ਅੱਖਾਂ ਪਵਿੱਤਰ ਹੋ ਜਾਂਦੀਆਂ। ਪਵਿੱਤਰ ਹੋਈਆਂ ਹੋਈਆਂ ਅੱਖਾਂ ਜਿਹਦੇ ਵੱਲ ਤੱਕਦੀਆਂ ਨਾ, ਉਹਦਾ ਵੀ ਕਲਿਆਣ ਕਰ ਦਿੰਦੀਆਂ, ਉਹਦਾ ਕਲਿਆਣ ਕਰਦੀਆਂ। ਪੰਚਮ ਪਾਤਸ਼ਾਹ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਕਟਾਖ, ਕਿਰਪਾ ਦ੍ਰਿਸ਼ਟੀ ਨਾਲ, ਅਵਲੋਕਨ ਕੀਨੋ, ਜਦੋਂ ਗੁਰੂ ਨੇ ਮੇਰੇ ਵੱਲ ਤੱਕਿਆ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਮੇਰਾ ਸਾਰਾ ਹੀ ਦੁੱਖ ਦੂਰ ਕਰਤਾ। ਸਿਰ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਸਾਰਾ ਦੁੱਖ ਦੂਰ ਕਰਤਾ। ਕਰਮੂ ਕੋੜੀ ਹੋਇਆ ਬਾਹਰ ਦੇ ਇਲਾਕੇ ਦਾ, ਗੁਰੂ ਮਹਾਰਾਜ ਉਸ ਇਲਾਕੇ, ਗੁਰੂ ਨਾਨਕ ਦੇਵ ਜੀ ਉਸ ਇਲਾਕੇ 'ਚ ਗਏ, ਪਤਾ ਲੱਗਾ ਹੈ ਤੇਜ਼ ਤੇਜ਼ ਜਾ ਰਹੇ ਨੇ। ਮਰਦਾਨਾ ਜੀ ਬਾਬਾ ਜੀ ਬੜਾ ਤੇਜ਼ ਤੇਜ਼ ਜਾ ਰਹੇ ਹੋ। ਹਾਂ, ਕਹਿੰਦੇ ਤੂੰ ਆ ਜਾ ਬਸ ਫਟਾਫਟ। ਇੱਕ ਝੌਂਪੜੀ ਦੇ ਅੱਗੇ ਜਾ ਖਲੋਤੇ, ਖੇਤਾਂ ਝੌਂਪੜੀ ਸੀ। ਆਵਾਜ਼ ਦਿੰਦੇ ਨੇ ਕਰਮੂ ਕਰਮੂ, ਇੰਨੀ ਪਿਆਰੀ ਆਵਾਜ਼ ਬਈ ਕਰਮੂ ਕਹਿੰਦਾ ਇੰਨੇ ਪਿਆਰ ਨਾਲ ਮੈਨੂੰ ਕਿਸ ਨੇ ਬੁਲਾਇਆ ਹੈ। ਕਿਤੇ ਗੁਰੂ ਨਾਨਕ ਦੇਵ ਜੀ ਨਾ ਹੋਣ, ਉਹਨਾਂ ਦਾ ਨਾਮ ਸੁਣਿਆ ਉਸਨੇ। ਕਹਿੰਦੇ ਜੀ ਮੈਨੂੰ ਹੋ ਗਿਆ ਕੋੜ, ਇਸ ਲਈ ਤੁਸੀਂ ਅੰਦਰ ਨਾ, ਅੰਦਰ ਬਦਬੂ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਮਰਦਾਨਾ ਇਹਨੂੰ ਖਿੱਚ ਕੇ ਲਿਆ ਬਾਹਰ ਝੌਂਪੜੀ ਤੋਂ, ਉਹ ਸੌਖੇ ਲੈ ਬਾਹਰ। ਕਹਿੰਦੇ ਇਹਨੂੰ ਬਾਹਰ ਦਰਖਤ ਦੇ ਹੇਠਾਂ ਕੋਲ ਲੈ ਆ, ਦਰਖਤ ਦੇ ਕੋਲ ਲੈ ਇਹਨੂੰ। ਕਹਿੰਦੇ ਮਰਦਾਨਾ ਜੀ ਰਵਾ ਜਾਓ, ਅਤੇ ਗੁਰੂ ਨਾਨਕ ਦੇ ਸ਼ਬਦ ਗਾਉਣਾ ਸ਼ੁਰੂ ਕਰਤਾ। ਜਦੋਂ ਸ਼ਬਦ ਗਾਉਣਾ ਸ਼ੁਰੂ ਕੀਤਾ, ਉਹਦਾ ਨਾਲ ਦੀ ਨਾਲ ਹੀ ਕੋੜ ਹਟਣਾ ਸ਼ੁਰੂ ਹੋ ਗਿਆ। ਸ਼ਬਦ ਮੁੱਕਿਆ, ਉਹਦਾ ਕੋੜ ਵੀ ਖਤਮ ਹੋ ਗਿਆ। ਉਹ ਤੇ ਉੱਠ ਖੜਿਆ, ਉਹ ਤੇ ਡੰਡੌਤਾਂ ਕਰਦਾ ਗੁਰੂ ਮਹਾਰਾਜ ਨੂੰ। ਹੈ ਇਹਨੇ 'ਚ ਇਹਨੂੰ ਭਰਾ ਪਿੰਡੋਂ ਰੋਟੀ ਲੈ ਕੇ ਆ ਗਿਆ, ਅਤੇ ਉਹਦਾ ਦੂਰੋਂ ਵੇਖਦਾ ਮੇਰਾ ਭਰਾ ਤੇ ਕੋੜੀ ਸੀ ਅਤੇ ਆਹ ਸਾਧੂਆਂ ਕੋਲ ਬੈਠਾ ਹੈ। ਉਹਨੇ ਵੀ ਆ ਕੇ ਗੁਰੂ ਮਹਾਰਾਜ ਮੱਥਾ ਟੇਕਿਆ, ਅਤੇ ਭਰਾ ਕਹਿੰਦਾ ਇਹਨਾਂ ਨੇ ਮੈਨੂੰ ਠੀਕ ਕਰਤਾ, ਮੇਰਾ ਕੋੜ ਦੂਰ ਕਰਤਾ। ਇੱਕ ਸ਼ਬਦ ਹੀ ਗਾਇਆ, ਬਸ ਸ਼ਬਦ ਰਾਹੀਂ ਹੀ ਗੁਰੂ ਮਹਾਰਾਜ ਨੇ ਕਿਰਪਾ ਕਰਤੀ। ਕਿਸੇ ਦਵਾਈ ਦੀ ਲੋੜ ਨਹੀਂ ਪਈ, ਕੁਛ ਨਹੀਂ ਹੈ। 10-15 ਮਿੰਟਾਂ ਦੇ ਸ਼ਬਦ ਹੁੰਦੇ ਨਾ, ਠੀਕ ਠਾਕ ਕਰਦੇ। ਇਸ ਲਈ ਜੇ ਗੁਰੂ ਮਹਾਰਾਜ ਪਰਮਾਤਮਾ ਚਾਹੇ, ਇਹ ਸਭ ਕੁਛ ਕਰ ਸਕਦਾ ਹੈ। ਇਸ ਲਈ ਨਿਮਰਤਾ ਬਣਾਈ ਰੱਖਣੀ ਚਾਹੀਦੀ ਹੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ। ਨਿਰਮਲ ਸੋਏ ਦੇ ਵਡਿਆਈ, ਉਹਦੀ ਦੂਰ ਦੂਰ ਤੱਕ ਵਡਿਆਈ ਹੋ ਜਾਂਦੀ ਹੈ, ਸ਼ੋਭਾ ਹੋਣ ਲੱਗ ਜਾਂਦੀ ਹੈ। ਜਿਹਦਾ ਮਨ ਅਤੀ ਨਿਮਰਤਾ ਵਾਲਾ ਹੋ ਜਾਏ, ਸਭ ਦੀ ਚਰਨ ਧੂੜ ਹੋ ਜਾਏ, ਉਹਦੀ ਫਿਰ ਵਡਿਆਈ ਪਰਮਾਤਮਾ ਦੂਰ ਦੂਰ ਕਰਾਉਂਦਾ ਵੀ ਇਹਦੇ ਅੰਦਰ ਨਿਮਰਤਾ ਹੈ। ਜਬ ਲਗ ਜਾਣੈ ਮੁਝ ਤੇ ਕਛੂ ਹੋਏ, ਜਿੰਨਾ ਚਿਰ ਸਮਝਦਾ ਮੈਂ ਕੁਝ ਕਰ ਸਕਦਾ, ਮੈਂ ਕੁਝ ਕਰ ਸਕਦਾ, ਤਬ ਇਸਕੋ ਸੁਖ ਨਾਹੀ ਕੋਏ, ਉਹਨਾਂ ਚਿਰ ਇਹਨੂੰ ਸੁੱਖ ਹੀ ਨਹੀਂ ਮਿਲਦਾ। ਕਿਉਂ ਅੰਦਰ ਹਉਮੈ ਆ ਗਈ ਹੈ ਵੀ ਮੈਂ ਕਰ ਸਕਦਾ ਕੁਛ। ਕਹਿੰਦਾ ਜਿੰਨਾ ਚਿਰ ਇਹਦੀ ਇਹ ਭਾਵਨਾ ਹੈ ਤੇ ਮੈਂ ਕੁਛ ਕਰ ਸਕਦਾ, ਇਹਨੂੰ ਸੁੱਖ ਨਹੀਂ ਮਿਲਦਾ ਹੈਗਾ। ਕਿਉਂਕਿ ਹਉਮੈ 'ਚ ਸੁੱਖ ਨਹੀਂ ਆਇਆ ਕਰਦਾ, ਹਉਮੈ ਸਗੋਂ ਦੁੱਖ ਹੁੰਦੇ ਨੇ। ਜਬ ਇਹ ਜਾਣੈ ਮੈਂ ਕੁਛ ਕਰਤਾ, ਜਦ ਜਿੰਨਾ ਚਿਰ ਸਮਝਦੇ ਮੈਂ ਕੁਝ ਕਰ ਸਕਦਾ ਹਾਂ, ਮੈਂ ਕੁਝ ਕਰ ਰਿਹਾ ਹਾਂ, ਤਬਲਾ ਗਰਭ ਜੋਨ ਮੈਂ ਫਿਰਤਾ, ਉਹਨਾਂ ਚਿਰ ਗਰਭ ਜੂਨੀਆਂ 'ਚ ਭਾਵ ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ ਫਿਰਦਾ ਰਹਿੰਦਾ, ਇਹਦੀ ਮੁਕਤੀ ਨਹੀਂ ਹੁੰਦੀ। ਇਹ ਅੱਡ ਅੱਡ ਜੂਨੀਆਂ 'ਚ ਭਟਕਦਾ ਰਹਿੰਦਾ ਹੈ, ਕਿਉਂਕਿ ਅੰਦਰ ਹਉਮੈ ਹੈ। ਜਬ ਧਾਰੈ ਕੋ ਬੈਰੀ ਮੀਤ, ਬੈਰੀ ਮੈਨੇ ਵੈਰੀ, ਜਿੰਨਾ ਚਿਰ ਕਿਸੇ ਨੂੰ ਦੁਸ਼ਮਣ ਸਮਝਦਾ ਹੈ, ਕਿਸੇ ਨੂੰ ਆਪਣਾ ਮਿੱਤਰ ਸਮਝਦਾ ਹੈ, ਜਿੰਨਾ ਚਿਰ ਕਿਸੇ ਨੂੰ ਦੁਸ਼ਮਣ ਸਮਝਦਾ ਹੈ, ਕਿਸੇ ਨੂੰ ਮਿੱਤਰ ਸਮਝਦਾ ਹੈ, ਤਬ ਲਗ ਨਿਹਚਲ ਨਾਹੀ ਚੀਤ, ਉਹਨਾਂ 'ਚ ਦਾ ਮਨ ਟਿਕਦਾ ਨਹੀਂ ਹੈਗਾ। ਨਿਹਚਲ ਹੁੰਦਾ ਟਿਕ ਜਾਣਾ, ਜਦੋਂ ਹਿੱਲੇ ਨਾ ਮਨ, ਡੋਲੇ ਨਾ। ਚੀਤ ਮੈਨੇ ਪਾ ਮਨ, ਇਹਦਾ ਮਨ ਟਿਕਦਾ ਹੀ ਨਹੀਂ, ਮਨ ਭਟਕਦਾ ਹੀ ਰਹਿੰਦਾ ਹੈ। ਕਿਉਂ? ਕਦੇ ਮਿੱਤਰ ਯਾਦ ਆ ਗਿਆ, ਕਦੇ ਦੁਸ਼ਮਣ ਯਾਦ ਆ ਗਿਆ।
ਮਿੱਤਰ ਅਜੇ ਮੈਂ ਦੇਖੇ ਘੱਟ ਯਾਦ ਹੁੰਦਾ, ਦੁਸ਼ਮਣ ਜ਼ਿਆਦਾ ਯਾਦ ਹੁੰਦਾ। ਖਾਸ ਕਰਕੇ ਭਜਨ ਬੰਦਗੀ ਵੇਲੇ ਤਾਂ ਜੇ 20 ਸਾਲ ਪਹਿਲਾਂ ਵੀ ਤੁਹਾਨੂੰ ਕਿਸੇ ਨੇ ਗਾਲ ਕੱਢੀ ਸੀ ਨਾ, ਤੁਸੀਂ ਹੈਰਾਨ 20 ਸਾਲ ਪੁਰਾਣੀ ਗੱਲ ਯਾਦ ਜਿਹੜੀ ਭੁੱਲ ਭੁਲਾ ਗਈ ਸੀ। ਇੱਕ ਮੈਨੂੰ ਕਹਿੰਦਾ ਜੀ ਇਸ ਤਰ੍ਹਾਂ ਕਿਉਂ ਹੈ? ਮੈਂ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਮਨ ਇਕਾਗਰ ਹੁੰਦਾ। ਜਦੋਂ ਇਕਾਗਰ ਹੁੰਦੇ ਤਾਂ ਯਾਦ ਸ਼ਕਤੀ ਵੱਧ ਜਾਂਦੀ ਹੈ। ਜਿੰਨੀ ਕਿਸੇ ਦੀ ਯਾਦ ਸ਼ਕਤੀ ਜ਼ਿਆਦਾ ਹੋਵੇਗੀ ਉਨੇ ਸਾਲਾਂ ਦੀ ਪੁਰਾਣੀ ਗੱਲ ਵੀ ਉਹਨੂੰ ਯਾਦ ਆ ਜਾਏਗੀ। ਮਨ ਟਿਕਣਾ ਸ਼ੁਰੂ ਹੋ ਜਾਂਦਾ। ਟਿਕਿਆ ਹੋਇਆ ਮਨ ਫਿਰ ਪਿੱਛੇ ਤੱਕ ਜਾਂਦਾ। ਇਹਨੂੰ ਭੁੱਲੀਆਂ ਵਿਸਰੀਆਂ ਗੱਲਾਂ ਵੀ ਯਾਦ ਆਉਂਦੀਆਂ, ਚੰਗੀਆਂ ਭਾਵੇਂ ਨਾ ਹੋਣ ਮੰਦੀਆਂ ਜ਼ਰੂਰ ਯਾਦ ਆਉਂਦੀਆਂ ਹੁੰਦੀਆਂ। ਕਿਉਂ? ਤੁਸੀਂ ਕਹੋਗੇ ਕਿਉਂ? ਅਸਲ ਸਾਡੇ ਅੰਦਰ ਬੁਰਾਈ ਬਹੁਤ ਜ਼ਿਆਦਾ, ਚੰਗਿਆਈ ਤਾਂ ਬਹੁਤ ਥੋੜ੍ਹੀ ਹੈ। ਜੇ ਤੁਸੀਂ ਸਮਝਦੇ ਹੋ ਨਾ ਵੀ ਤੁਸੀਂ ਚੰਗੇ ਹੋ, ਐਵੇਂ ਭੁਲੇਖੇ 'ਚ ਨਾ ਰਹਿਣਾ। ਇਹ ਬੰਦਾ ਚੰਗਾ ਚੁੰਗਾ ਕੋਈ ਨਹੀਂ ਹੈਗਾ। ਇਹ ਤਾਂ ਛਿੱਤਰਾਂ ਤੋਂ ਡਰਦਾ ਹੋਇਆ, ਜਾਂ ਕੁਝ ਰੱਬ ਤੋਂ ਡਰਦਾ ਹੋਇਆ, ਕੁਝ ਸਮਾਜ ਤੋਂ ਡਰਦਾ ਹੋਇਆ, ਕੁਝ ਕਾਨੂੰਨਾਂ ਤੋਂ ਡਰਦਾ ਹੋਇਆ ਤੁਹਾਨੂੰ ਇਹ ਠੀਕ ਵਿਖਾਈ ਦਿੰਦਾ। ਲੈ ਮੈਂ ਦਾਅਵੇ ਨਾਲ ਕਹਿੰਦਾ, ਪੰਜਾਬ ਸਰਕਾਰ ਕਹਿ ਦੇ ਬਈ 24 ਘੰਟਿਆਂ ਲਈ ਅਸੀਂ ਭਾਈ ਤੁਹਾਨੂੰ ਪੰਜਾਬ ਦੇ ਲੋਕੋ ਕੁਝ ਨਹੀਂ ਕਹਦੇ, ਜੋ ਮਰਜ਼ੀ ਹੈ ਤੁਸੀਂ ਕਰ ਲਓ, ਅਤੇ ਮੇਰਾ ਖਿਆਲ ਹੈ ਸਵੇਰ ਨੂੰ ਸਾਰੇ ਪੰਜਾਬ ਦੇ ਲੋਕ ਮਰ ਗਏ ਹੋਣਗੇ। ਤੁਸੀਂ ਕਿਉਂ? ਮੇਰੀ ਕਿਸੇ ਨਾਲ ਦੁਸ਼ਮਣ ਉਹਨੂੰ ਮਾਰ ਦਾਂਗੇ, ਕਿਹੜਾ ਸਰਕਾਰ ਨੇ ਕੁਛ ਕਹਿਣਾ? ਉਹਦੀ ਮੈਨੂੰ ਮਾਰ ਦੇਣਾ। ਅਤੇ 3.25 ਕਰੋੜ 'ਚੋਂ ਵੱਧ ਤੋਂ 25 ਲੱਖ ਬਚ ਜਾਣੇ, ਬਾਕੀ ਮਾਰ ਦੇਂਗੇ ਅਸੀਂ ਇੱਕ ਦੂਜੇ ਨੂੰ। ਕਿਉਂ? ਵੀ ਡਰ ਕੋਈ ਨਹੀਂ, ਜੋ ਮਰਜ਼ੀ ਕਰ ਲਓ। 1975 ਦੇ ਵਿੱਚ ਅਮਰੀਕਾ ਦਾ ਬਹੁਤ ਵੱਡਾ ਸ਼ਹਿਰ ਨਿਊਯਾਰਕ ਹੈ। ਉੱਥੇ ਬਿਜਲੀ ਦਾ ਇੰਨਾ ਜ਼ਬਰਦਸਤ ਪ੍ਰਬੰਧ ਹੈ ਕਿ ਜੇ ਉੱਥੇ 1 ਮਿੰਟ ਲਈ ਵੀ ਬਿਜਲੀ ਚਲੀ ਜਾਏ ਨਾ, ਉਸ ਜ਼ਮਾਨੇ 'ਚ 1 ਲੱਖ ਰੁਪਏ ਜੁਰਮਾਨਾ ਸੀ ਬਿਜਲੀ ਬੋਰਡ ਵਾਲੇ ਨੂੰ, ਵੀ 1 ਮਿੰਟ ਲਈ ਬਿਜਲੀ ਗਈ ਕਿਉਂ। ਉੱਥੇ ਕੀ ਹੋਇਆ? ਉੱਥੇ 24 ਘੰਟਿਆਂ ਲਈ ਇੱਕ ਵਾਰੀ ਬਿਜਲੀ ਫੇਲ ਹੋ ਗਈ। ਲੋਕਾਂ ਨੇ ਉਹ ਗੰਦ ਪਾਇਆ, ਅਖਬਾਰਾਂ ਪੜ੍ਹ ਕੇ ਲੋਕ ਹੱਕੇ ਬੱਕੇ ਰਹਿ ਗਏ ਕਿ ਜਿਸ ਦੇਸ਼ ਦੇ ਲੋਕਾਂ ਨੂੰ ਅਸੀਂ ਕਹਿੰਦੇ ਬੜੇ ਵਧੀਆ ਨੇ, ਇਹ ਤਾਂ ਅਤੀ ਘਟੀਆ ਨਿਕਲੇ ਨੇ। ਮਨੁੱਖ ਬੇਸਿਕਲੀ ਘਟੀਆ ਹੈ। ਇਹ ਤਾਂ ਸਮਾਜ ਦੇ ਡਰ ਕਾਰਨ, ਕਾਨੂੰਨਾਂ ਦੇ ਡਰ ਕਾਰਨ, ਕੋਈ ਕਿਸੇ ਰੱਬ ਦੇ ਡਰ ਕਾਰਨ, ਕੋਈ ਮਾਂ ਪਿਓ ਦੇ ਡਰ ਕਾਰਨ ਇਹ ਥੋੜ੍ਹਾ ਜਿਹਾ ਠੀਕ ਚੱਲ ਰਿਹਾ। ਇਹਨੂੰ ਛੁੱਟੀ ਦਿੱਤੀ ਨਹੀਂ ਅਤੇ ਇਹਨੇ ਗੰਦ ਪਾਇਆ ਨਹੀਂ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿੰਨਾ ਚਿਰ ਕੋਈ ਕਿਸੇ ਨੂੰ ਆਪਣਾ ਦੁਸ਼ਮਣ ਸਮਝਦਾ, ਬੈਰੀ, ਕਿਸੇ ਨੂੰ ਮੀਤ ਆਪਣਾ ਮਿੱਤਰ ਸਮਝਦਾ ਹੈ, ਓਨਾ ਚਿਰ ਤਬ ਲਗ, ਓਨਾ ਚਿਰ ਨਿਹਚਲ ਨਾਹੀਂ ਚੀਤ। ਇਹਦਾ ਮਨ ਟਿਕਦਾ ਨਹੀਂ ਹੈ, ਇਹਦਾ ਮਨ ਡੋਲਦਾ ਹੀ ਰਹਿੰਦਾ ਹੈ। ਅਤੇ ਜਿੰਨਾ ਚਿਰ ਮਨ ਟਿਕਦਾ ਨਹੀਂ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਟਿਕੇਗਾ ਅਤੇ ਤਾਂ ਹੀ ਸਮਾਧੀ ਲੱਗੇਗੀ। ਸਮਾਧੀ ਸਾਡੀ ਲੱਗੇਗੀ ਅਤੇ ਤਾਂ ਹੀ ਅਸੀਂ ਪਰਮਾਤਮਾ ਦੇ ਦਰ 'ਤੇ ਪਹੁੰਚਾਂਗੇ। ਅਤੇ ਜਦੋਂ ਪਰਮਾਤਮਾ ਦੇ ਦਰ 'ਤੇ ਪਹੁੰਚਾਂਗੇ ਤਾਂ ਹੀ ਸਾਨੂੰ ਬ੍ਰਹਮ ਦਾ ਗਿਆਨ ਹੋਏਗਾ ਨਾ। ਆਹ ਕਿਤਾਬਾਂ ਪੜ੍ਹ ਕੇ ਗਿਆਨ ਇਹ ਹੋਰ ਗੱਲ ਹੈ। ਆਹ ਬਾਣੀ ਪੜ੍ਹ ਕੇ ਜਿਹੜਾ ਗਿਆਨ ਹੁੰਦਾ ਨਾ, ਇਹ ਤਾਂ ਕਿਤਾਬੀ ਗਿਆਨ ਹੈ। ਜਦੋਂ ਇਹੀ ਗਿਆਨ ਸਾਡਾ ਆਪਣਾ ਅਨੁਭਵ ਹੋ ਜਾਵੇਗਾ, ਅਸਲ ਗਿਆਨ ਉਹ ਹੁੰਦਾ ਹੈ। ਅਸਲ ਗਿਆਨ ਉਹ ਹੁੰਦਾ ਹੈ। ਕਿਤਾਬਾਂ ਦੇ ਗਿਆਨ ਨੂੰ ਵਾਰੀ ਵਾਰੀ ਰੱਟਾ ਲਾਉਣਾ ਪੈਂਦਾ ਹੈ। ਆਪਣਾ ਜਿਹੜਾ ਗਿਆਨ ਹੁੰਦਾ ਉਸ ਨੂੰ ਰੱਟਾ ਨਹੀਂ ਲਾਉਣਾ ਪੈਂਦਾ, ਉਹਨੂੰ ਕਹਿੰਦੇ ਅਨੁਭਵ। ਉਹ ਹੈ। ਸੋ ਜਿੰਨਾ ਚਿਰ ਅਨੁਭਵ ਨਹੀਂ ਹੁੰਦਾ ਉਹਨਾਂ ਚਿਰ ਬੰਦੇ ਦੀ ਮੁਕਤੀ ਨਹੀਂ ਹੋਇਆ ਕਰਦੀ। ਨੂੰ ਵਾਰੀ ਵਾਰੀ ਜਨਮ ਲੈਣੇ ਪੈਂਦੇ ਨੇ, ਕਿਉਂਕਿ ਮਨ ਟਿਕ ਨਹੀਂ ਰਿਹਾ ਹੈ। ਜਬ ਲਗ ਮੋਹ ਮਗਨ ਸੰਗ ਮਾਏ। ਜਿੰਨਾ ਚਿਰ ਬੰਦਾ ਮੋਹ 'ਚ ਮਗਨ ਹੈ ਨਾ, ਮਾਇਆ ਦਾ ਮੋਹ ਹੁੰਦਾ ਹੈ। ਮੋਹ ਤਾਂ 3 ਪ੍ਰਕਾਰ ਦਾ ਹੁੰਦਾ, ਮਾਇਆ ਦਾ ਮੋਹ, ਸਰੀਰਾਂ ਦਾ ਮੋਹ, ਚੀਜ਼ਾਂ ਦਾ ਮੋਹ। ਮੋਹ ਵੀ ਬੜੀ ਵੱਡੀ ਰੁਕਾਵਟ ਹੈ ਭਜਨ ਬੰਦਗੀ 'ਚ। ਤੁਸੀਂ ਜਦੋਂ ਬਾਣੀ ਪੜ੍ਹਨ ਲੱਗੋ, ਜਦੋਂ ਸਿਮਰਨ ਕਰਨ ਲੱਗੋ, ਤੁਸੀਂ ਦੇਖੋ ਜੇ ਤੁਹਾਡਾ ਮਨ ਕਿਤੇ ਜਾਂਦਾ ਤਾਂ ਜਾਂ ਤਾਂ ਮਾਇਆ ਦਾ ਖਿਆਲ ਆ ਰਿਹਾ ਹੈ, ਜਾਂ ਕਿਸੇ ਸਰੀਰ ਦਾ ਖਿਆਲ ਆ ਰਿਹਾ ਹੈ, ਜਾਂ ਕਿਸੇ ਚੀਜ਼ ਦਾ ਖਿਆਲ ਆ ਰਿਹਾ ਹੈ। ਇਹ 3 ਹੀ ਚੀਜ਼ਾਂ ਰੁਕਾਵਟ ਵਿੱਚ ਪਾਉਂਦੀਆਂ। ਕਹਿੰਦੇ ਮੋਹ। ਜਬ ਲਗ ਮੋਹ ਮਗਨ ਸੰਗ ਮਾਏ। ਜਿੰਨਾ ਚਿਰ ਮਾਇਆ ਦੇ ਮੋਹ 'ਚ ਮਗਨ ਹੈ ਨਾ ਬੰਦਾ,
ਤਬ ਲਗ ਧਰਮ ਰਾਏ ਦੇ ਸਜਾਏ। ਇਹਨੂੰ ਸਜਾਏ ਨਹੀਂ ਪੜ੍ਹਨਾ, ਸਜਾਉਣਾ ਹੁੰਦਾ ਸਜਾਵਟ ਕਰਨਾ, ਵੀ ਉਹ ਬੰਦਾ ਆਪਣੇ ਘਰ ਨੂੰ ਸਜਾ ਰਿਹਾ ਹੈ। ਜਦੋਂ 10ਵੀਂ ਪੜ੍ਹਦਾ ਸੀ ਪੰਜਾਬੀ ਤਾਂ ਉੱਥੇ ਹੁੰਦਾ ਸੀ ਵੀ ਹੇਠ ਸ਼ਬਦ ਜਿਹੜੇ ਦਿੱਤੇ ਨਾ, ਵਾਕ ਬਣਾ ਕੇ ਇਹਨਾਂ ਦੇ ਅਰਥ ਸਮਝਾਓ। ਅਤੇ ਉੱਥੇ ਇੱਕ ਸੀ ਸੱਸਾ ਜੱਜੇ ਨੂੰ ਕੰਨਾ, ਦੂਜਾ ਸੀ ਸੱਸਾ ਜੱਜੇ ਦੇ ਪੈਰ 'ਚ ਬਿੰਦੀ ਕੰਨਾ, ਤੀਜਾ ਸੀ ਸੱਸੇ ਤੇ ਅਧਿਕ ਜੱਜੇ ਨੂੰ ਕੰਨਾ। ਇਹਨਾਂ ਦੇ ਵੀ ਵਾਕ ਬਣਾ ਕੇ ਅਰਥ ਸਮਝਾਓ। ਪਹਿਲਾ ਸਜਾ, ਉਹ ਘਰ ਨੂੰ ਸਜਾ ਰਿਹਾ ਹੈ। ਦੂਜਾ ਸੀ ਸਜ਼ਾ, ਜੱਜ ਨੇ ਉਸ ਨੂੰ 2 ਸਾਲ ਦੀ ਸਜ਼ਾ ਕਰ ਦਿੱਤੀ। ਤੀਜਾ ਸੀ ਸੱਜਾ, ਮੇਰਾ ਸੱਜਾ ਹੱਥ ਦੁਖਦਾ ਹੈ ਜਾਂ ਮੈਂ ਸੱਜੇ ਹੱਥ ਨਾਲ ਲਿਖਦਾ ਹਾਂ। ਤਾਂ ਉਦੋਂ ਦੱਸਿਆ ਜਾਂਦਾ ਸੀ ਵੀ ਇਹ ਤਿੰਨਾਂ ਦੇ ਵਿੱਚ ਅਰਥਾਂ 'ਚ ਫਰਕ ਹੈ। ਇਸ ਲਈ ਇਹ ਜਿਹਨੂੰ ਸਜਾਏ ਨਹੀਂ ਪੜ੍ਹਨਾ, ਇਹ ਹੈਗਾ ਫਾਰਸੀ ਦਾ ਸ਼ਬਦ। ਫਾਰਸੀ 'ਚ ਨਾ ਸਜ਼ਾ ਕਹਿੰਦੇ ਨੇ, ਸਜ਼ਾ ਜੁਰਮਾਨੇ ਨੂੰ ਕਹਿੰਦੇ, ਫਲਾਣੇ ਸਜ਼ਾ ਹੋ ਗਈ ਹੈ ਜੀ, ਦੰਡ ਮਿਲਿਆ ਉਸ ਨੂੰ। ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਸਜ਼ਾਏ, ਇਹ ਫਾਰਸੀ ਦਾ ਸ਼ਬਦ। ਕਹਿੰਦਾ ਜਿੰਨਾ ਚਿਰ ਮੋਹ ਮਾਇਆ 'ਚ ਫਸਿਆ ਹੋਇਆ ਨਾ, ਤਬ ਲਗ ਧਰਮ ਰਾਏ ਦੇ ਸਜ਼ਾਏ, ਉਹਨਾਂ ਚਿਰ ਧਰਮਰਾਜ ਇਹਨੂੰ ਸਜ਼ਾ ਦਿੰਦਾ ਹੈ। ਕਿਉਂ ਵੀ ਤੂੰ ਗਿਆ ਕੀ ਕਰਨ ਸੀ, ਕਰਕੇ ਕੀ ਆਏ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹੀ ਨਹੀਂ ਪਤਾ ਕਿ ਜਿਹੜਾ ਸਾਨੂੰ ਮਨੁੱਖਾ ਜੀਵਨ ਮਿਲਿਆ ਕਾਹਦੇ ਲਈ ਹੈ। ਬੜੀ ਵੱਡੀ ਸਮੱਸਿਆ ਹੈ। 9ਵੀਂ 10ਵੀਂ 'ਚ ਹੁੰਦੇ ਸੀ, ਬੜਾ ਅੱਛਾ ਸੀ, ਲੇਖ ਆ ਗਿਆ ਏਮ ਆਫ ਯੂਅਰ ਲਾਈਫ। 9ਵੀਂ 10ਵੀਂ ਪੜ੍ਹਦਾ ਸੀ ਅਤੇ ਐਸੇ ਆਇਆ ਏਮ ਆਫ ਯੂਅਰ ਲਾਈਫ, ਵੀ ਤੁਹਾਡੀ ਜ਼ਿੰਦਗੀ ਦਾ ਕੀ ਉਦੇਸ਼ ਹੈ, ਤੁਸੀਂ ਕੀ ਬਣਨਾ ਚਾਹੁੰਦੇ ਹੋ। ਹੁਣ ਬੱਚੇ ਨੂੰ ਜੇ ਇਹੀ ਨਹੀਂ ਪਤਾ ਕਿ ਮੈਂ ਪੜ੍ਹ ਕੇ ਬਣਨਾ ਕੀ ਹੈ, ਉਹ ਕੀ ਸਵਾਹ ਪੜ੍ਹਾਈ ਕਰੇਗਾ, ਉਹਦੇ ਅੱਗੇ ਏਮ ਹੀ ਕੋਈ ਨਹੀਂ। ਦੇਖੋ, ਕੋਈ ਸਾਡੇ ਅੱਗੇ ਟਾਰਗੇਟ ਹੋਣਾ ਚਾਹੀਦਾ ਹੈ, ਕੋਈ ਸਾਡੀ ਜ਼ਿੰਦਗੀ ਦਾ ਕੋਈ ਨਿਸ਼ਾਨਾ ਹੋਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਪੜ੍ਹਾਈ ਕਰ ਰਹੇ ਹਾਂ ਇਹ ਕਾਹਦੇ ਲਈ ਕਰ ਰਹੇ ਹਾਂ, ਤੁਸੀਂ ਕੀ ਬਣਨਾ ਚਾਹੁੰਦੇ ਪੜ੍ਹ ਕੇ। ਫਿਰ ਬੰਦਾ ਜਦੋਂ ਉਹਨੂੰ ਵਿਸ਼ਵਾਸ ਹੋਏ ਮੈਂ ਆਹ ਬਣਨਾ, ਉਹਦੇ ਲਈ ਫਿਰ ਉਹ ਲਗਾਤਾਰ ਯਤਨ ਕਰਦਾ ਰਹੇਗਾ। ਸਾਨੂੰ ਤਾਂ ਇਹੀ ਨਹੀਂ ਪਤਾ ਕਿ ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ ਕਿਉਂ ਹੈ, ਸਾਨੂੰ ਕੁੱਤਾ ਬਿੱਲੀ ਕਿਉਂ ਨਹੀਂ ਬਣਾਤਾ, ਮਨੁੱਖ ਬਣਾਇਆ ਹੈ। 84 ਲੱਖ ਜੂਨੀਆਂ 'ਚੋਂ ਸਭ ਤੋਂ ਵੱਧ ਮਹਾਨਤਾ ਮਨੁੱਖ ਨੂੰ ਦਿੱਤੀ ਗਈ ਹੈ। ਉਹ ਕਹਿੰਦਾ ਤੂੰ ਸਾਰੀ ਜੂਨੀਆਂ ਦਾ ਸਰਦਾਰ ਹੈ, ਸਾਰੀਆਂ ਜੂਨੀਆਂ ਤੇਰੇ ਅੰਡਰ ਨੇ, ਤੂੰ ਜਿਵੇਂ ਮਰਜ਼ੀ ਉਹਨਾਂ ਤੋਂ ਕੰਮ ਲੈ, ਕਿਉਂਕਿ ਜਿੰਨਾ ਦਿਮਾਗ ਮਨੁੱਖ ਨੂੰ ਪਰਮਾਤਮਾ ਨੇ ਦਿੱਤਾ ਕਿਸੇ ਹੋਰ ਜੂਨੀ ਨੂੰ ਨਹੀਂ ਦਿੱਤਾ। ਅਤੇ ਅਸੀਂ ਦਿਮਾਗ ਦੇ ਨਾਲ ਹੀ ਦੂਜਿਆਂ ਨੂੰ ਅਧੀਨ ਕਰ ਸਕਦੇ ਹਾਂ। ਇਸ ਲਈ ਸਭ ਤੋਂ ਵੱਧ ਦਿਮਾਗ ਪਰਮਾਤਮਾ ਨੇ ਮਨੁੱਖ ਨੂੰ ਦਿੱਤਾ ਹੋਇਆ ਹੈ। ਅਤੇ ਧਰਮ ਜਦੋਂ ਤੁਸੀਂ ਪੜ੍ਹਦੇ ਹੋ, ਕੋਈ ਵੀ ਧਰਮ ਪੜ੍ਹ ਲਓ, ਸਾਰੇ ਧਰਮ ਇਹੀ ਕਹਿੰਦੇ ਨੇ ਭਾਈ ਤੁਹਾਨੂੰ ਮਨੁੱਖਾ ਜੀਵਨ ਮਿਲਿਆ ਪਰਮਾਤਮਾ ਦੀ ਪ੍ਰਾਪਤੀ ਲਈ, ਭਜਨ ਬੰਦਗੀ ਕਰਨ ਲਈ ਨਹੀਂ। ਜੇ ਇਹ ਹੈ ਨਾ ਭਜਨ ਬੰਦਗੀ ਲਈ ਮਿਲਿਆ ਹੋਇਆ, ਫਿਰ ਤਾਂ ਸਾਨੂੰ ਬੜੀ ਮੌਜ ਹੋ ਜਾਏਗੀ। ਆਪਣਾ 5-10 ਮਿੰਟ ਵਾਹਿਗੁਰੂ ਵਾਹਿਗੁਰੂ ਕੀਤਾ, ਹਾਂ ਹੋ ਗਿਆ ਜੀ। ਨੋ, ਭਜਨ ਬੰਦਗੀ ਦੇ ਸਾਧਨ ਹੈ, ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਸਾਧਨ ਹੈ ਭਜਨ ਬੰਦਗੀ, ਸਾਧਨ ਕਦੇ ਉਦੇਸ਼ ਨਹੀਂ ਹੋਇਆ ਕਰਦਾ। ਸਾਧਨ ਨੂੰ ਕਦੇ ਉਦੇਸ਼ ਨਹੀਂ ਬਣਾ ਲੈਣਾ ਚਾਹੀਦਾ। ਸਾਧਨ ਤੇ ਇੱਕ ਤਰੀਕਾ ਹੈ ਆਪਣੇ ਉਦੇਸ਼ ਤੱਕ ਪਹੁੰਚਣ ਦਾ। ਸਾਡਾ ਉਦੇਸ਼, ਮਨੁੱਖ ਦਾ ਉਦੇਸ਼ ਹੈ ਧਰਮ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵੀ ਪਰਮਾਤਮਾ ਦੀ ਪ੍ਰਾਪਤੀ 2 ਗੱਲਾਂ ਨਾਲ ਹੁੰਦੀ ਹੈ। ਜੇ ਮੈਨੂੰ ਕੋਈ ਪੁੱਛੇ ਬਾਬਾ ਜੀ ਸਾਰੇ ਗੁਰੂ ਗ੍ਰੰਥ ਤੱਤ ਸਾਰ ਇੱਕੋ ਲਾਈਨ 'ਚ ਦੱਸੋ, ਤਾਂ ਮੈਂ ਕਹਾਂਗਾ ਸ਼ੁਭ ਕਰਮ ਕਰੋ, ਨਾਮ ਜਪੋ। ਇਹ 2 ਕੰਮਾਂ ਜਿਹੜਾ ਪਹਿਰਾ ਦਿੰਦਾ ਉਹਨੂੰ ਇੱਕ ਨਾ ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਨਿਰਾ ਨਾਮ ਜਪਣਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਮੇਰੇ ਕਰਮ ਹੀ ਠੀਕ ਨਹੀਂ ਤਾਂ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਜੇ ਮੇਰੇ ਕਰਮ ਠੀਕ ਨੇ ਅਤੇ ਮੈਂ ਭਜਨ ਬੰਦਗੀ ਨਹੀਂ ਕਰਦਾ ਤਾਂ ਵੀ ਪ੍ਰਾਪਤੀ ਨਹੀਂ ਹੋਣੀ। ਭਜਨ ਬੰਦਗੀ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਡੇ ਕਰਮ ਸਹੀ ਹੋਣ। ਗੁਰੂ ਨਾਨਕ ਦੇਵ ਜੀ ਕੋਲ ਕੋਈ ਆਇਆ,
ਸਾਡੇ ਗੁਰੂਆਂ ਕੋਲੇ ਚਾਹੇ ਕੋਈ ਆਇਆ ਜਾਂ ਸਾਡੇ ਗੁਰੂ ਮਹਾਰਾਜ ਕਿਸੇ ਕੋਲ ਗਏ, ਉਹ ਜਾਣੀ ਜਾਣ ਸਨ, ਉਹਨਾਂ ਨੂੰ ਪਤਾ ਸੀ ਇਹਦੇ ਵਿੱਚ ਆਹ ਨੁਕਸ ਹੈ। ਪਹਿਲਾਂ ਗੁਰੂ ਮਹਾਰਾਜ ਨੇ ਉਹਦਾ ਨੁਕਸ ਦੂਰ ਕੀਤਾ, ਉਹਦੇ ਜੀਵਨ ਨੂੰ ਸਹੀ ਕੀਤਾ, ਫਿਰ ਉਹਨੂੰ ਗੁਰਮੰਤਰ ਦੇ ਕੇ ਉਹਨੂੰ ਨਾਮ ਵਾਲੇ ਪਾਸੇ ਲਾਇਆ। ਇਹ ਨਹੀਂ ਕਿ ਸਿੱਧੇ ਗੁਰਮੰਤਰ ਦੇਤਾ। ਐਂ ਤਾਂ ਸੱਜਣ ਠੱਗ ਕਹਿ ਸਕਦਾ ਸੀ, ਮਹਾਰਾਜ ਜੀ ਮੈਂ ਠੀਕ ਹੈ, ਤੁਸੀਂ ਮੈਨੂੰ ਗੁਰਮੰਤਰ ਦੇ ਦਿਓ, ਮੈਂ ਗੁਰਮੰਤਰ ਜਪਦਾ ਰਹਾਂਗਾ, ਪਰ ਠੱਗੀਆਂ 'ਚ ਮੌਜ ਬੜੀ ਹੈ, ਰਹਿਣ ਦਿਓ। ਇਸ ਤਰ੍ਹਾਂ ਨਹੀਂ ਚਲੇਗਾ। ਗੁਰੂ ਮਹਾਰਾਜ ਕਹਿ ਪਹਿਲਾਂ ਠੱਗੀਆਂ ਛੱਡ। ਠੱਗੀ ਛੱਡੀ, ਤੋਬਾ ਕੀਤੀ। ਫਿਰ ਗੁਰੂ ਮਹਾਰਾਜ ਤੇ ਜਾਣੀ ਜਾਣ ਸਨ ਵੀ ਇਹ ਸੱਚੇ ਦਿਲੋਂ ਤੋਬਾ ਕਰੇ ਕਿ ਉਤੋਂ ਉਤੋਂ ਕਰੇ। ਕਈ ਵਾਰੀ ਆਪਾਂ ਹੁਣ ਜੱਜ ਕੋਲੇ ਚਲੇ ਜਾਈਏ, ਮੰਨ ਲਓ ਮੈਨੂੰ ਹੋ ਗਈ ਸਜ਼ਾ, ਮੈਂ ਕਹਿੰਦਾ ਮਹਾਰਾਜ ਮੈਨੂੰ ਮੁਆਫ ਕਰ ਦਿਓ, ਮੈਂ ਅੱਗੇ ਤੋਂ ਨਹੀਂ ਕਰਦਾ। ਉਹ ਕਹਿੰਦੇ ਅੱਗੇ ਤੋਂ ਨਾ ਕਰੀ, ਚੰਗੀ ਗੱਲ ਹੈ, ਜਿਹੜਾ ਤੂੰ ਕੀਤਾ ਇਹਦਾ ਭੋਗ ਪਹਿਲਾਂ, ਇਹ ਤਾਂ ਭੋਗ। ਐਂ ਤਾਂ ਹਰ ਕੀ ਕਹਿ ਤੂੰ ਮੈਨੂੰ ਮੁਆਫ ਕਰ, ਮੈਂ ਅੱਗੇ ਤੋਂ ਨਹੀਂ ਕਰਦਾ। ਐ ਨਹੀਂ ਹੁੰਦਾ, ਐ ਨਹੀਂ ਮੁਆਫੀ ਮਿਲਦੀ। ਗੁਰੂ ਮਹਾਰਾਜ ਜੀ ਦੇਖਿਆ ਵੀ ਹਾਂ ਵਾਕਈ ਇਹਨੇ ਤੋਬਾ ਕਰ ਲਈ ਹੈ, ਵੀ ਵਾਕਈ ਸੱਚੇ ਦਿਲੋਂ ਕਹਿੰਦਾ ਮੈਂ ਅੱਜ ਤੋਂ ਠੱਗੀਆਂ ਛੱਡੀਆਂ। ਗੁਰੂ ਮਹਾਰਾਜ ਕਿਰਪਾ ਕਰਤੀ। ਪਿਛਲੇ ਔਗਣ ਬਖਸ਼ ਲਏ ਹਰ ਅੱਗੇ ਮਾਰਗ ਪਾਵੇ। ਪਰਮਾਤਮਾ ਪਿਛਲੇ ਔਗਣ ਬਖਸ਼ ਦਿੰਦਾ ਹੈ, ਅੱਗੇ ਤੋਂ ਸਿੱਧੇ ਰਾਹ ਪਾਉਂਦਾ ਹੈ। ਉਹਨੂੰ ਕੋਈ ਦੇਰ ਨਹੀਂ ਲੱਗਦੀ, ਸਾਡੇ ਮਨ ਨੂੰ ਸਾਫ਼ ਕਰਦੇ। ਉਹ ਤਾਂ ਜਨਮਾਂਤਰਾਂ ਦੀ ਮੈਲ ਪਰਮਾਤਮਾ ਇੱਕ ਸੈਕਿੰਡ ਦੇ ਸਾਰ ਦੀ ਸਾਰੀ ਧੋ ਸਕਦਾ। ਗੁਰੂ ਮਹਾਰਾਜ ਧੋ ਸਕਦੇ ਨੇ ਜੇ ਉਹ ਚਾਹੁਣ ਤਾਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪ੍ਰਭ ਕਿਰਪਾ ਤੇ ਬੰਧਨ ਟੂਟੈ। ਇਹਨੂੰ ਟੂਟੈ ਨਹੀਂ ਪੜ੍ਹਨਾ, ਟੂਟੈ ਇੱਕ ਵਚਨ ਹੁੰਦਾ ਹੈ, ਬੰਧਨ ਬਹੁਵਚਨ ਹੈ। ਬੰਧਨ ਸ਼ਬਦ ਬਹੁਵਚਨ ਹੈ। ਜਦੋਂ ਨਾਮ ਬਹੁਵਚਨ ਹੋਵੇਗਾ, ਜਿਹੜੀ ਕਿਰਿਆ ਹੁੰਦੀ ਉਹ ਵੀ ਹਮੇਸ਼ਾ ਬਹੁਵਚਨ ਹੁੰਦੀ ਹੈ। ਜਿਵੇਂ ਲੜਕਾ ਜਾ ਰਿਹਾ ਹੈ, ਲੜਕੇ ਜਾ ਰਹੇ ਹਨ। ਦੇਖੋ ਲੜਕਾ ਇੱਕ ਵਚਨ ਹੈ ਆ ਗਿਆ, ਜਾ ਰਿਹਾ ਹੈ। ਲੜਕੇ ਬਹੁਵਚਨ ਹੈ, ਇਹ ਨਹੀਂ ਆਪਾਂ ਕਹਿੰਦੇ ਲੜਕੇ ਜਾ ਰਿਹਾ ਹੈ। ਔਰ ਕਹਿੰਦੇ ਇਹ ਕੀ ਬਈ, ਆਪਾਂ ਕਹਿੰਦੇ ਲੜਕੇ ਜਾ ਰਹੇ ਹਨ। ਜੇ ਕਰਤਾ ਬਹੁਵਚਨ ਹੈ ਅਤੇ ਕਿਰਿਆ ਵੀ ਹਮੇਸ਼ਾ ਬਹੁਵਚਨ ਹੁੰਦੀ ਹੈ। ਬੰਧਨ ਬਹੁਵਚਨ ਹੈ ਅਤੇ ਟੂਟਾ ਹੈਗਾ ਇੱਕ ਵਚਨ। ਇਸ ਨੂੰ ਟੈਂਕੇ ਨੂੰ ਨਾਲ ਬਿੰਦੀ ਲਾਉਣੀ ਹੈ, ਟੂਟੈ। ਟੂਟਾ ਮੈਨੇ ਟੁੱਟਦਾ ਹੈ, ਟੂਟੈ ਟੁੱਟ ਜਾਂਦੇ ਹਨ। ਪ੍ਰਭ ਕਿਰਪਾ ਤੇ ਬੰਧਨ ਟੂਟੈ। ਸਾਨੂੰ ਕਈ ਪ੍ਰਕਾਰ ਦੇ ਬੰਧਨ ਨੇ, ਮੋਹ ਮਾਇਆ ਦੇ ਬੰਧਨ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਨੇ। ਸਾਨੂੰ ਕਿੰਨੇ ਪ੍ਰਕਾਰ ਦੇ ਬੰਧਨ ਨੇ। ਪਰਮਾਤਮਾ ਜੇ ਕਿਰਪਾ ਹੋ ਜਾਏ ਨਾ, ਸਾਰੇ ਬੰਧਨ ਹੀ ਟੁੱਟ ਜਾਂਦੇ ਨੇ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋਂ ਛੂਟੈ। ਇਹ ਇੱਕੋ ਅੱਗੇ ਇੱਕ ਵਚਨ ਇਸ ਲਈ ਛੂਟੈ। ਗੁਰੂ ਦੀ ਕਿਰਪਾ ਨਾਲ ਇਹ ਹੋਂ ਜਿਹੜੀ ਅੰਦਰੋਂ ਇਹਦਾ ਛੁਟਕਾਰਾ ਖਤਮ ਹੋ ਜਾਂਦੀ ਹੈ। ਜੇ ਗੁਰੂ ਦੀ ਕਿਰਪਾ ਹੋ ਜਾਏ, ਅੰਦਰੋਂ ਹੋਂ ਖਤਮ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਤਾਂ ਫਿਰ ਪਰਮਾਤਮਾ ਦੀ ਪ੍ਰਾਪਤੀ ਹੀ ਪ੍ਰਾਪਤੀ ਹੈ। ਸੋ ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।